ਅੱਜ ਦਾ ਵਚਨ ਹੈ ਸ਼ਾਵਰਸ ਆਫ ਬਲੇਸਿੰਗ, ਬਰਕਤਾਂ ਦੀ ਬਾਰਿਸ਼। ਜਦ ਤੱਕ ਤੁਹਾਡੇ ਜੀਵਨ 'ਚ ਗਵਾਹੀ ਨਹੀਂ ਹੁੰਦੀ, ਤੁਸੀਂ ਯੀਸ਼ੂ ਮਸੀਹ ਨੂੰ ਪ੍ਰੈਜ਼ੈਂਟ ਨਹੀਂ ਕਰ ਸਕਦੇ। ਤੁਸੀਂ ਯੀਸ਼ੂ ਮਸੀਹ ਨੂੰ ਆਪਣੇ ਜੀਵਨ 'ਚੋਂ ਪ੍ਰਗਟ ਨਹੀਂ ਕਰ ਸਕਦੇ। ਯੀਸ਼ੂ ਮਸੀਹ ਨੂੰ ਆਪਣੇ ਜੀਵਨ 'ਚੋਂ ਪ੍ਰਗਟ ਕਰਨ ਦੇ ਲਈ ਤੁਹਾਡੇ ਜੀਵਨ ਦੇ ਵਿੱਚ ਗਵਾਹੀ ਦਾ ਹੋਣਾ ਜ਼ਰੂਰੀ ਹੈ। ਵਚਨ 'ਚ ਲਿਖਿਆ, ਜੇ ਅਸੀਂ ਹਿਜਕੀਏਲ ਦੀ ਪੁਸਤਕ ਨੂੰ ਦੇਖੀਏ, ਹਿਜਕੀਏਲ ਦੀ ਪੁਸਤਕ 34 अध्याय ਉਹਦੀ 26 आयत, बाइबल च लिखा, मैं उन्हें और उनकी पहाड़ी के आसपास के स्थानों को आशीष का कारण बना दूंगा। मैं को मैं ठीक समय पर बरसाया करूंगा और वह आशीषों की वर्षा होगी। हालेलुया। परमेश्वर अपने बच्चियां दे जीवन दे अंदर आशीषां दी वर्षा करनी चाहता है। परमेश्वर अद्भुत ब्लैसिंग दे नाल भरना चाहता है, लेकिन लोग उस ब्लैसिंग नूं रिसीव करने दे लई अपने आप को तैयार नहीं करते। तुसी अपने आप को तैयार करना है वो ब्लैसिंग नूं रिसीव करने दे लई। जे तुसी अपने आप को तैयार कर लवोगे तां ब्लैसिंग तुहाडी होएगी। बोलो आमेन, बोलो आमेन। अज मैं तुहाडे नाल शावर्स ऑफ ब्लैसिंग दी गल कर रहा हां, बरकतां दी बारिश की गल कर रहा हाँ। जदों असी एक व्यक्ति बाथरूम च नहाउंदा है, कोई एक शावर दे थल्ले नहाउंदा है, और वो बारिश केवल उस व्यक्ति दे उत्ते हुंदी है। लेकिन अज दी बारिश हर एक व्यक्ति दे उत्ते होएगी जो इस जगह ते मौजूद है यीशु मसीह दे नाम विच। हालेलुया, हालेलुया। तुसीं देखिया कुछ समय ਜਦੋਂ ਅਸੀਂ मौसम ਨੂੰ ਦੇਖਦੇ ਹਾਂ, ਇੰਡੀਆ ਵਿੱਚ ਤਾਂ ਨਹੀਂ, ਜ਼ਿਆਦਾतर ਫੋਰਨ ਕੰਟਰੀ 'ਚ ਇਸ ਤਰ੍ਹਾਂ ਹੈ, ਤੁਸੀਂ ਥੋੜੀ ਦੇਰ ਪਹਿਲਾਂ ਧੁੱਪ ਹੈ ਔਰ 2 ਘੰਟੇ ਬਾਅਦ ਅਚਾਨਕ ਬਾਰਿਸ਼ ਹੋ ਜਾਏਗੀ, ਉਸ ਤੋਂ ਬਾਅਦ ਫਿਰ ਧੁੱਪ ਹੋ ਜਾਏਗੀ, ਉਸ ਤੋਂ ਬਾਅਦ ਫਿਰ ਅਚਾਨਕ ਬਾਰਿਸ਼ ਹੋ ਜਾਏਗੀ। ਉਸੇ ਤਰ੍ਹਾਂ ਪਰਮੇਸ਼ਵਰ ਆਪਣੇ ਬੱਚਿਆਂ ਦੇ ਜੀਵਨ ਦੇ ਵਿੱਚ ਅਚਾਨਕ ਗਵਾਹੀ ਨੂੰ ਪੈਦਾ ਕਰ ਦਿੰਦਾ ਹੈ। ਉਸੇ ਤਰ੍ਹਾਂ ਪਰਮੇਸ਼ਵਰ ਆਪਣੇ ਬੱਚਿਆਂ ਦੇ ਜੀਵਨ ਦੇ ਵਿੱਚ ਅਚਾਨਕ ਬਲੈਸਿੰਗ ਨੂੰ ਭੇਜਦਾ ਹੈ। ਆਮੇਨ, आमेन, हालेलुया, हालेलुया। तुसी परमेश्वर दे कैमरे चो बाहर नहीं हो, यू आर अंडर द सीसीटीवी कैमरा ऑफ गॉड। तुसी परमेश्वर दे सीसीटीवी कैमरे दे अंदर हो, और परमेश्वर दियां अखां तुहानू 24 आवर वॉच करदियां हन। 24 घंटे परमेश्वर दियां अखां तुहानू देखदियां हन कि तुसी की कर रहे हो। 24 घंटे ਤੁਹਾਡਾ ਜੀਵਨ ਪਰਮੇਸ਼ਵਰ ਦੇ ਨਾਲ ਭਿੱਜਿਆ ਹੋਣਾ ਚਾਹੀਦਾ ਹੈ। ਤੁਹਾਡਾ ਆਤਮਾ ਪਰਮੇਸ਼ਵਰ ਦੇ ਨਾਲ ਟਿਊਨ ਹੋਣਾ ਚਾਹੀਦਾ ਹੈ। ਜਿਸ ਤਰ੍ਹਾਂ ਇੱਕ ਰੇਡੀਓ ਟਿਊਨ ਹੋ ਜਾਂਦਾ ਹੈ, ਤੁਸੀਂ ਉਹਦੇ ਚੈਨਲ ਨੂੰ ਸੈੱਟ ਕਰ ਦਿੰਦੇ ਹੋ ਔਰ ਬਿਲਕੁਲ ਸਹੀ ਆਵਾਜ਼ ਆਉਂਦੀ ਹੈ, ਉਸੇ ਤਰ੍ਹਾਂ ਤੁਹਾਡਾ ਆਤਮਾ ਵੀ ਪਰਮੇਸ਼ਵਰ ਦੀ ਪਵਿੱਤਰ ਆਤਮਾ ਦੇ ਨਾਲ ਟਿਊਨ ਹੋਣਾ ਚਾਹੀਦਾ ਹੈ। ਆਮੇਨ। ਬਹੁਤ ਇੰਪੋਰਟੈਂਟ ਹੈ ਕਿ ਤੁਹਾਡਾ ਆਤਮਾ ਪਰਮੇਸ਼ਵਰ ਦੀ ਆਤਮਾ ਦੇ ਨਾਲ ਟਿਊਨ ਹੋ ਜਾਏ। ਜਦੋਂ ਤੁਹਾਡਾ ਆਤਮਾ ਪਰਮੇਸ਼ਵਰ ਦੀ ਆਤਮਾ ਨਾਲ ਟਿਊਨ ਹੋ ਜਾਏਗਾ ਤਾਂ ਤੁਸੀਂ ਪਰਮੇਸ਼ਵਰ ਦੇ ਕੋਲੋਂ ਜੋ ਚਾਹੋ ਤੁਸੀਂ ਪ੍ਰਾਪਤ ਕਰ ਸਕਦੇ ਹੋ। ਬਹੁਤ ਸਾਰੇ ਲੋਕ ਜਦੋਂ ਪਰਮੇਸ਼ਵਰ ਦੇ ਅੰਦਰ ਆਉਂਦੇ ਹਨ, ਮਸੀਹ ਵਿੱਚ ਆਉਂਦੇ ਹਨ, ਔਰ ਉਹਨਾਂ ਦੇ ਜੀਵਨ ਦੇ ਅੰਦਰ ਗਵਾਹੀ ਬਣਦੀ ਹੈ। ਉਹਨਾਂ ਦੇ ਜੀਵਨ ਦੇ ਅੰਦਰ ਜਦੋਂ ਗਵਾਹੀਆਂ ਬਣਦੀਆਂ ਹਨ, ਉਹ ਬਹੁਤ ਜ਼ਿਆਦਾ ਉਤਸ਼ਾਹਿਤ ਹੁੰਦੇ ਹਨ, ਉਹ ਬਹੁਤ ਜ਼ਿਆਦਾ ਐਕਸਾਈਟਿਡ ਹੁੰਦੇ ਹਨ। ਲੇਕਿਨ 2, 3, 4 ਸਾਲ ਬਾਅਦ, 5 ਸਾਲ ਬਾਅਦ ਉਹ ਲੋਕ ठंडे हो जाते हैं। वो लोग ठंडे हो जाते हैं। फिर वो देखते हैं दूसरे लोगों के जीवन च गवाही बनती है, पर साडे जीवन च नहीं बनती। क्यों? क्योंकि वो पहला प्रेम उन्होंने छड़ दिता है। परमेश्वर अपने प्रेम के कारण आशीष की वर्षा करता है। बोलो आमेन, बोलो आमेन। ये भैन सुनीता है, इन्होंने गवाही दी। इस भैन की गवाही है सुनीता दी कि जिस फैक्ट्री च जाते हैं उत्थे एक भैन है जिहड़ी इन्हां नाल प्यार करती है, और इन्होंने इस भैन नूं सोना गिफ्ट किया। हाउ इट इज हैपन? तुहानूं लगदा कीती हो गया? नहीं। इन्हां दा मन परमेश्वर दे नाल भिज चुका है। इन्हां दा मन परमेश्वर दे नाल भिज चुका है। और जदों मन भिज जाता है
ਉਹ ਵਿਅਕਤੀ ਪਰਮੇਸ਼ਵਰ, ਬਾਈਬਲ 'ਚ ਲਿਖਿਆ ਪਰਮੇਸ਼ਵਰ ਪ੍ਰੇਮ ਹੈ। ਪਰਮੇਸ਼ਵਰ ਜੋ ਤੁਹਾਡੇ ਨਾਲ ਰਹਿੰਦਾ ਹੈ, ਪਰਮੇਸ਼ਵਰ ਉਹਦੇ ਹਿਰਦੇ ਵਿੱਚ ਤੁਹਾਡੇ ਪ੍ਰਤੀ ਪ੍ਰੇਮ ਉੰਡੇਲ ਦਿੰਦਾ ਹੈ। ਇਹ ਪ੍ਰੇਮ ਹੈ, ਇਹ ਪਰਮੇਸ਼ਵਰ ਦੀ ਬਲੈਸਿੰਗ ਹੈ ਜਿਹੜੀ ਪ੍ਰੇਮ ਦੇ ਰੂਪ ਵਿੱਚ ਇਹਨਾਂ ਨੂੰ ਵਾਪਸ ਮਿਲੀ ਹੈ। ਹਾਲੇਲੂਇਆ, ਹਾਲੇਲੂਇਆ। ਪਰਮੇਸ਼ਵਰ ਆਪਣੇ ਪ੍ਰੇਮ ਦੀ ਖਾਤਰ ਬਲੈਸ ਕਰਦਾ ਹੈ। ਜਿਸ ਨੂੰ ਪਰਮੇਸ਼ਵਰ ਪ੍ਰੇਮ ਕਰਦਾ ਹੈ ਉਹਦੇ ਉੱਤੇ ਅਬੰਡੈਂਸ ਬਲੈਸਿੰਗ ਆਉਂਦੀ ਹੈ, ਉਹਦੇ ਉੱਤੇ ਬਹੁਤਾਇਤ ਦੇ ਨਾਲ ਆਸ਼ੀਸ਼ ਆਉਂਦੀ ਹੈ ਔਰ ਉਹਦੀ ਆਸ਼ੀਸ਼ ਨੂੰ ਕੋਈ ਰੋਕ ਨਾ ਸਕੇਗਾ। ਬੋਲੋ ਆਮੇਨ। ਉਹਦੀ ਆਸ਼ੀਸ਼ ਨੂੰ ਕੋਈ ਰੋਕ ਨਹੀਂ ਸਕਦਾ। ਅਗਰ ਅਸੀਂ ਦੇਖੀਏ ਉਤਪਤੀ ਦੀ ਪੁਸਤਕ 26 ਅਧਿਆਏ ਉਹਦੀ 18 ਆਇਤ ਤੋਂ ਪੜ੍ਹਨਾ ਸ਼ੁਰੂ ਕਰੀਏ, ਅਸੀਂ ਦੇਖੀਏ ਕਿ ਇਸਹਾਕ ਜਿਹੜਾ ਸੀ ਉਹਦਾ ਪਿਤਾ ਇਬਰਾਹਿਮ ਸੀ ਔਰ ਇਸਹਾਕ ਜਦੋਂ ਗਰਾਰ ਦੇ ਅੰਦਰ ਗਿਆ, ਇਸਹਾਕ ਨੇ ਉਸ ਜਗ੍ਹਾ ਤੇ ਜਾ ਕੇ ਕੁਝ ਕੰਮ ਕੀਤੇ ਔਰ ਸਭ ਤੋਂ ਇੰਪੋਰਟੈਂਟ ਹੁੰਦਾ ਸੀ ਕਿ ਉਸ ਸਮੇਂ ਪਾਣੀ ਨੂੰ ਲੱਭਣਾ। ਕੀ ਇੰਪੋਰਟੈਂਟ ਸੀ ਉਸ ਸਮੇਂ? ਪਾਣੀ ਨੂੰ ਲੱਭਣਾ। ਪਾਣੀ ਇੱਕ ਇਹੋ ਜਿਹੀ ਚੀਜ਼ ਹੈ ਜਿਸ ਤੋਂ ਬਿਨਾਂ ਵਿਅਕਤੀ ਜੀਵਿਤ ਨਹੀਂ ਰਹਿ ਸਕਦਾ। ਤੁਸੀਂ ਰੋਟੀ ਤੋਂ ਬਿਨਾਂ ਜ਼ਿੰਦਾ ਰਹਿ ਸਕਦੇ ਹੋ ਪਰ ਪਾਣੀ ਤੋਂ ਬਿਨਾਂ ਨਹੀਂ ਰਹਿ ਸਕਦੇ। ਔਰ ਗਰਾਰ ਵਿੱਚ ਚਰਵਾਹਾਂ ਨੇ ਜਾ ਕੇ ਜਿਹੜੇ ਇਬਰਾਹਿਮ ਨੇ ਜਿਹੜਾ ਕੰਮ ਕੀਤਾ ਸੀਗਾ, ਜਦੋਂ ਉਹਨਾਂ ਖੂਹਾਂ ਨੂੰ ਲੋਕਾਂ ਨੇ ਭਰ ਦਿੱਤਾ, ਲੇਕਿਨ ਇਸਹਾਕ ਸੀ ਉਹਨੇ ਉਸ ਜਗ੍ਹਾ ਤੇ ਜਾ ਕੇ ਖੂਹ ਪੱਟੇ। वचन पढ़ो। तब जो कुएं उसके पिता अब्राहम के दिनों में खोदे गए थे और अब्राहम के मरने के बाद पलिश्तियों ने भर दिए थे, उनको इसहाक ने फिर खुदवाया और उनके वे ही नाम रखे जो उसके पिता ने रखे थे। फिर इसहाक के दासों को घाटी में खोदते खोदते बहते जल का एक सोता मिला। तब गरार के चरवाहों ने इसहाक के चरवाहों से झगड़ा किया और कहा कि यह जल हमारा है। इसलिए उसने उस कुएं का नाम एसेक रखा, क्योंकि वे उससे झगड़े थे। फिर उन्होंने दूसरा कुआं खोदा और उन्होंने उसके लिए भी झगड़ा किया, इसलिए उसने उसका नाम सित्ना रखा। तब उसने वहां से निकलकर एक और कुआं खुदवाया और उसके लिए उन्होंने झगड़ा न किया, इसलिए उसने उसका नाम यह कहकर रहोबोत रखा। अब तो यहोवा ने हमारे लिए बहुत स्थान दिया है और हम इस देश में फूले फलेंगे। हालेलुया, हालेलुया। बाइबल च लिखिया कि इब्राहिम ने ਜਿਹੜੇ ਖੂਹ ਖੋਦੇ ਸਨ ਉਹਨਾਂ ਨੂੰ ਪਲਿਸ਼ਤੀਆਂ ਨੇ ਭਰ ਦਿੱਤਾ ਔਰ ਪਲਿਸ਼ਤੀ ਲੋਕਾਂ ਨੇ ਉਹਨਾਂ ਖੂਹਾਂ ਨੂੰ ਬੰਦ ਕਰ ਦਿੱਤਾ। ਲੇਕਿਨ ਜਦੋਂ ਇਸਹਾਕ ਗਰਾਰ ਦੇ ਅੰਦਰ ਆਇਆ, ਇਸਹਾਕ ਨੇ ਆਪਣੇ ਚਰਵਾਹਾਂ ਨੂੰ ਕਿਹਾ ਕਿ ਉਹ ਖੂਹ ਨੂੰ ਦੁਬਾਰਾ ਪੱਟੋ ਔਰ ਜਦੋਂ ਉਹਨਾਂ ਨੇ ਖੂਹ ਦੁਬਾਰਾ ਪੱਟੇ ਤਾਂ ਗਰਾਰ ਦੇ ਚਰਵਾਹਾਂ ਨੇ ਇਸਹਾਕ ਦੇ ਚਰਵਾਹਾਂ ਨਾਲ ਝਗੜਾ ਕੀਤਾ। ਫਿਰ ਉਹਨਾਂ ਨੇ ਦੂਸਰਾ ਖੂਹ ਪੱਟਿਆ, ਫਿਰ ਉਹਨਾਂ ਨੇ ਝਗੜਾ ਕੀਤਾ, ਫਿਰ ਉਹਨਾਂ ਨੇ ਤੀਸਰਾ ਖੂਹ ਪੱਟਿਆ, ਫਿਰ ਉਹਨੇ ਝਗੜਾ ਨਹੀਂ ਕੀਤਾ। ਜੇ ਤੁਸੀਂ ਵਚਨ ਨੂੰ ਪੜੋਗੇ ਤਾਂ ਤੁਹਾਨੂੰ ਇੰਨੀ ਗੱਲ ਹੀ ਸਮਝ ਆਏਗੀ। ਲੇਕਿਨ ਇਸ ਵਚਨ ਦੇ ਅੰਦਰ ਇੱਕ ਬਹੁਤ ਗਹਿਰਾ ਮੀਨਿੰਗ ਹੈ, ਇੱਕ ਬਹੁਤ ਗਹਿਰੀ ਗੱਲ ਹੈ। ਪਰਮੇਸ਼ਵਰ ਇਸਹਾਕ ਦੇ ਨਾਲ ਪ੍ਰੇਮ ਕਰਦੇ ਸਨ ਔਰ ਜਦੋਂ ਇਸਹਾਕ ਦੇ ਚਰਵਾਹਾਂ ਨੇ ਖੂਹ ਪੱਟੇ ਔਰ ਦੂਸਰੇ ਲੋਕਾਂ ਨੇ ਲੜਾਈ ਕੀਤੀ, ਉਹਨਾਂ ਨੇ ਇਸਹਾਕ ਦੀ ਬਲੈਸਿੰਗ ਨੂੰ ਰੋਕਣਾ ਚਾਹਿਆ ਪਰ ਉਹ ਰੋਕ ਨਹੀਂ ਸਕੇ। ਉਹਨਾਂ ਨੇ ਦੁਬਾਰਾ ਇਸਹਾਕ ਦੀ ਬਲੈਸਿੰਗ ਨੂੰ ਖੋਣਾ ਚਾਹਿਆ ਕਿ ਜਿਹੜੀ ਬਲੈਸਿੰਗ ਇਹਨੂੰ ਮਿਲੀ ਹੈ ਇਹਨੂੰ ਮੈਂ ਖੋਹ ਲਵਾਂ। ਕਈ ਲੋਕਾਂ ਕੋਲ ਬਲੈਸਿੰਗ ਨਹੀਂ ਹੁੰਦੀ, ਉਹ ਦੂਸਰੇ ਦੀ ਬਲੈਸਿੰਗ ਨੂੰ ਖੋਣਾ ਚਾਹੁੰਦੇ ਹਨ। ਲੇਕਿਨ ਮੇਰੀ ਗੱਲ ਯਾਦ ਰੱਖੋ, ਅਗਰ ਪਰਮੇਸ਼ਵਰ ਨੇ ਤੁਹਾਨੂੰ ਬਲੈਸਿੰਗ ਦੇਣ ਲਈ ਚੁਣਿਆ ਹੈ, ਨੋਬਡੀ ਕੈਨ ਸਟਾਪ। ਕੋਈ ਵੀ ਪਰਮੇਸ਼ਵਰ ਨੂੰ ਰੋਕ ਨਹੀਂ ਸਕਦਾ ਕਿ ਉਹ ਤੁਹਾਨੂੰ ਬਲੈਸ ਨਾ ਕਰੇ। ਤੁਸੀਂ ਬਲੈਸਿੰਗ ਦੇ ਉੱਤੇ ਬਲੈਸਿੰਗ ਨੂੰ ਪਾਓਗੇ ਯੀਸ਼ੂ ਮਸੀਹ ਦੇ ਨਾਮ 'ਚ। ਆਸ਼ੀਸ਼ ਦੇ ਉੱਤੇ ਆਸ਼ੀਸ਼ ਨੂੰ ਪਾਵਾਂਗੇ ਯੀਸ਼ੂ ਮਸੀਹ ਦੇ ਨਾਮ 'ਚ। ਉਹਨਾਂ ਨੇ ਝਗੜਾ ਕੀਤਾ ਕਿ ਅਸੀਂ ਦੀ ਬਲੈਸਿੰਗ ਨੂੰ ਖੋ ਲਈਏ। ਪਹਿਲੀ ਵਾਰੀ ਖੋ ਲਈ, ਦੂਸਰੀ ਵਾਰੀ ਖੋ ਲਈ, ਲੇਕਿਨ ਪਰਮੇਸ਼ਵਰ ਉਹਨੂੰ ਬਲੈਸਿੰਗ ਦੇ ਉੱਤੇ ਬਲੈਸਿੰਗ ਦਿੰਦਾ ਗਿਆ। ਬੋਲੋ ਆਮੇਨ, ਬੋਲੋ ਆਮੇਨ। ਅੱਜ ਧਿਆਨ ਦੇ ਨਾਲ ਸਮਝ ਲਓ, ਅੱਜ ਦਾ ਵਚਨ ਤੁਹਾਡੀ ਲਾਈਫ ਦੇ ਅੰਦਰ ਟਰਨਿੰਗ ਪੁਆਇੰਟ ਹੋਏਗਾ। ਅੱਜ ਧਿਆਨ ਦੇ ਨਾਲ ਸਮਝ ਲਓ, ਅਗਰ ਪਰਮੇਸ਼ਵਰ ਨੇ ਤੁਹਾਨੂੰ ਚੁਣ ਲਿਆ ਹੈ, ਇਫ ਯੂ ਆਰ ਏ ਚੂਜ਼ਨ, ਅਗਰ ਪਰਮੇਸ਼ਵਰ ਨੇ ਤੁਹਾਨੂੰ ਚੁਣ ਲਿਆ ਹੈ
कि मैं तुहानू आशीष दवांगा, मैं तुहानू ब्लैसिंग दवांगा। ओदी ब्लैसिंग नू कोई रोक नहीं सकता। लोग जिन्ना मर्जी तुहाडे नाल लड़ लैण, जिद्दां मर्जी तुहाडी ब्लैसिंग नू खोण दी कोशिश करन, परमेश्वर तुहानू डबल ब्लैसिंग देगा। अगर लोग लड़नगे भी तो परमेश्वर होर ब्लैसिंग देगा। अगर लोग होर लड़नगे परमेश्वर होर ब्लैसिंग देगा। लोग होर झगड़ा करनगे परमेश्वर होर ब्लैसिंग देगा। जिन्ने लोग खिलाफ होंगे उन्नी ज्यादा ब्लैसिंग आएगी। हालेलुया, हालेलुया। इसलिए जदों लोग खिलाफ होंदे हन उस वेले असीं जाणदे हां पवित्र आत्मा काम कर रहा है, क्योंकि शैतान ब्लैसिंग खोल नहीं आंदा है। वो सोचता है मैं ब्लैसिंग नू खोलवां। और इसहाक नू परमेश्वर ने ब्लैस किया और गरार देश के अंदर जिथे इसहाक रहिंदा सी उस जगह के उत्ते अकाल पै गया। गरार दे अंदर बहुत वड्डा अकाल पिया, जिहड़ा अकाल इब्राहिम दे अकाल तो भी बहुत वड्डा सी। और इसहाक दे कोल उस जगह ते जिहड़ी भूमि सी वो बंजर सी। उस जगह ते जिहड़ी भूमि सी वो बंजर सी। मेरी गल नूं ध्यान दे नाल सुन लो। अगर परमेश्वर ने तुहानू चुन लिया है ब्लैसिंग देने दे लई तां तुहानू ब्लैसिंग मिलेगी और उस ब्लैसिंग को रोक ना सकेगा। इसहाक दे कोल जिहड़ी जमीन सी वो बंजर सी और बाइबल च लिखिया इसहाक ने बंजर जमीन च बीजिया और उन्हें उसे साल 100 गुना फल कटिया। उन्हें बंजर जमीन च बीजिया। लोग सोच नहीं सकते कि बंजर जमीन दे उत्ते खेती हो सकती है, बंजर जमीन कुछ दे सकती है। लोग अपनी बुद्धि का इस्तेमाल करते हैं, लेकिन परमेश्वर की सामर्थ हर जगह नूं नवां करन दी ताकत रखती है। बोलो आमीन। हिजकियल नूं परमेश्वर ने कहा जा जाके सुक्कियां हड्डियां ते भविष्यवाणी कर, हड्डियां दी काटी विच चला जा, इन्हां हड्डियां ते भविष्यवाणी कर, ये हड्डियां जी उठण। और एक सेना बन गई। आमीन, आमीन। तुहाडा विश्वास कितना डेवलप्ड है, तुहाडा विश्वास कितना गहरा है, तुहाडा विश्वास कितना है। जिन्ना वड्डा तुहाडा विश्वास होएगा उन्नी वड्डी तुहाडे लई ब्लैसिंग होएगी। अगर तुहाडा विश्वास वड्डा है, प्रभु यीशु मसीह ने कहा अगर तुहाडे अंदर राई देने जिन्ना विश्वास है, तुसी पहाड़ नूं कहोगे समुंदर चला जाओ, चला जाएगा। कुछ लोग तुहाडी ब्लैसिंग दे रास्ते विच आउंदे हन। सुनो ध्यान दे नाल, ਜਿਹੜੇ ਲੋਕ ਤੁਹਾਡੀ ਬਲੈਸਿੰਗ ਦੇ ਰਾਸਤੇ ਵਿੱਚ ਆਉਂਦੇ ਹਨ ਉਹਨਾਂ ਲਈ ਪਰਮੇਸ਼ਰ ਦਾ ਧੰਨਵਾਦ ਕਰੋ। ਉਹੀ ਲੋਕ ਹਨ ਜਿਨ੍ਹਾਂ ਦੇ ਲਈ ਪਰਮੇਸ਼ਰ ਤੁਹਾਨੂੰ ਡਬਲ ਬਲੈਸ ਕਰਦਾ ਹੈ, ट्रिपल ब्लैस करता है। 4 टाइम 5 टाइम 6 टाइम 7 टाइम 8 टाइम 10 टाइम 100 टाइम्स परमेश्वर ब्लैस करता है। धन्यवाद करो उन्हां लोकां दे लई, क्योंकि उन्हां लोकां नूं परमेश्वर ने रखिया ताकि परमेश्वर दा हाथ तुहाडे वल वधे। खुदावन अपने हाथ नूं वधा दिंदा है। सो डोंट बी अफ्रेड, लॉर्ड सेड आई एम विद यू। ना डर, मैं तेरे नाल हां। ना डर, मैं तेरे नाल हां। आमीन। मैं इस वचन नूं हमेशा याद करदा हां, हमेशा, क्योंकि परमेश्वर ने ऑडिबल वॉइस विच मेरे नाल गल कीती। आवाज मार के खुदावंद ने मैनूं कहा सी ना डर, मैं तेरे नाल हां, मैं तेरे नाल हां। जिस दिन असीं डॉक्टर दे कोल गए जैनब दी स्कैनिंग कराउण दे लई, और डॉक्टर ने जदों कहा कि इनू अपेंडिक्स की प्रॉब्लम है और मैं उसनूं रिसीव नहीं किया, मैं उसनूं कहा ये रिपोर्ट जैनब दी नहीं, मैं तुहानूं दिखाउणा एग्जैक्ट परमेश्वर साडे नाल है। ये रिपोर्ट्स दियो, स्कैनिंग दी रिपोर्ट दियो, पहली रिपोर्ट दियो, फर्स्ट रिपोर्ट केड़ी है, उस तो बाद सेकंड रिपोर्ट केड़ी, पहली रिपोर्ट केड़ी है वो दियो। देखो मैं तुहानूं दसदा, ये उसे दिन दी रिपोर्ट है, स्कैनिंग दी भी रिपोर्ट है ते सीटी स्कैन दी भी रिपोर्ट है। मैं इनू रिसीव नहीं किया, मैं तुहानूं दसदा परमेश्वर ने भी रिसीव नहीं किया। वो किदां रिपोर्ट के अंदर रिटन है, मैं तुहानूं दसदा। इत्थे देखो ध्यान दे नाल जैनब दा नाम ही नहीं लिखिया, इत्थे जैनब नहीं लिखिया, जैना लिखिया है। और जदों रिपोर्ट मेरे को आई मैं करैक्ट कराउण लई नहीं गया, मैं कहा इट इज राइट, ये जैनब दी रिपोर्ट है ही नहीं। कैमरा लगा के देखो, गॉड इज विद अस।
और मैं उस वेले थैंक यू जी राइट रिपोर्ट है उत्ते लिखिया ज़ैनब। ये असी तो नहीं बनाई, हालेलुया हालेलुया। क्यों परमेश्वर ने प्रिंटिंग च मिस्टेक की थी? क्योंकि परमेश्वर दी ब्लैसिंग साडे नाल है। बोलो आमीन। जिसनों परमेश्वर ने ब्लैसिंग देने लिए चुनिया है ओनू कोई हरा नहीं सकता। जिन्हों परमेश्वर ने चुन लिया, अगर परमेश्वर ने तुहानू चुन लिया है, यू विल बी ब्लेस्ड ऑलवेज। तुसी हमेशा ब्लेस्ड रहोगे, हमेशा आशीषित रहोगे, हमेशा तुहानू ब्लैसिंग दे उत्ते ब्लैसिंग मिलेगी, हमेशा तुहानू आशीष उत्ते आशीष मिलेगी, क्योंकि परमेश्वर ने तुहानू चुन लिया है ब्लैसिंग देने दे लई। बोलो आमीन हालेलुया हालेलुया। जिस दिन अभिषेक नू डॉक्टर ने कहा डेंगू टेस्ट किया, डॉक्टर ने कहा डेंगू है, और मैं उस दिन परमेश्वर के प्रार्थना की थी। मैं कहा परमेश्वर मैं जानता हाँ तू अभिषेक नू गवाही बनाएगा, मैं जानता हाँ, क्योंकि मैं तुहाडे उत्ते संपूर्ण विश्वास करता हाँ। हालेलुया। और 7 दिनों के अंदर 8वें दिन अभिषेक रिकवर हो चुका सी। और इससे 4-5 दिन पहला लास्ट ट्यूसडे ਜਿਹੜੇ चर्च ਵਿੱਚ व्यक्ति मैसन का काम करता ब्रदर जसवंत आए हैं। ब्रदर जसवंत एक व्यक्ति ਨੂੰ ਲੈ ਕੇ ਆਏ और उस व्यक्ति ਦੇ ਸੈੱਲ 10,000 ਸਨ, ਉਹਦੇ ਪਲੇਟਲੈਟ ਕਾਊਂਟ 10,000 ਸਨ। और वो व्यक्ति ਨੂੰ ਮੇਰੇ ਕੋਲ ਲੈ ਕੇ ਆਏ, ਕਹਿੰਦੇ ਪਾਸਟਰ ਜੀ ਦੇ ਲਈ ਪ੍ਰਾਰਥਨਾ ਕਰੋ। मैं उस व्यक्ति ਨੂੰ ਕਿਹਾ, मैं कहा ਅੱਜ ਅਸੀਂ प्रभु यीशु मसीह ਦੇ ਨਾਂ 'ਚ तेरे जीवन के उत्ते जीवन ਨੂੰ बोलांगे, परमेश्वर का जीवन तेरे अंदर आएगा और तेरे प्लेटलेट सैल कंप्लीट हो जाएंगे। हालेलुया हालेलुया। और उस व्यक्ति ने 8 दिनों विच उन्हें हॉस्पिटल दे विच $2.25 लाख लगा, उत्ते 1,75,000 रुपया उहदे खर्च उत्ते लगा, उहदा एक्सपेंसिस लगा हॉस्पिटल का। फिर भी वो व्यक्ति ठीक नहीं होया, फिर भी वो व्यक्ति ठीक नहीं होया। तो मेरा ख्याल असी सिर्फ 2-2.5 रुपया खर्चा और परमेश्वर ने ठीक कर दिता। तुसी समझ रहे हो? तुहानू पता लगना चाहिए है ब्लैसिंग खुदावंद किदा दिंदा है। परमेश्वर तुहानू उस हद तक जान नहीं दिंदा जिथे तुहाडा बहुत ज्यादा खर्चा होएगा, परमेश्वर उस तो पहला ही बचा लेंदा है। आमीन। इट इज ए ब्लैसिंग, ए ब्लैसिंग है, ये आशीष है, ये बरकत है जिहड़ी खुदावंद दिंदा है। आमीन आमीन। अगर लोग तुहाडी ब्लैसिंग नूं रोकना भी चाहणगे, मेरी गल याद रखियो, आज तो बाद रोक नहीं सकणगे यीशु मसीह दे नाम च। कोई तुहाडी ब्लैसिंग नूं रोक नहीं सकेगा यीशु मसीह दे नाम विच। जो स्वर्ग तो तुहाडे लिए निर्धारित हो चुका, उहदे विच कोई भी डिस्टर्बेंस नहीं आएगी यीशु मसीह दे नाम च। हालेलुया हालेलुया। बाइबल के अंदर लिखिया, असी देखते हाँ उत्पत्ति की पुस्तक जेनेसिस 31 वर्स 40। मेरी तो यह दशा थी कि दिन को तो घाम और रात को पाला मुझे खा गया और नींद मेरी आंखों से भाग जाती थी। 20 वर्ष तक मैं तेरे घर में रहा, 14 वर्ष तो मैंने तेरी दोनों बेटियों के लिए और 6 वर्ष तेरी भेड़ बकरियों के लिए सेवा की, और तूने मेरी मजदूरी को 10 बार बदल डाला। हालेलुया हालेलुया। याकूब इस जगह दे उत्ते है, और याकूब की कह रहा है लबान नू, याकूब लबान नू कह रहा है कि तू 10 बार मेरी मजदूरी बदली। कितनी बार मजदूरी बदली? कहना दिन नू गर्मी ते रात नू पाला मैनू खा गया, तू मेरी मजदूरी 10 बार बदली। मैं लिया लई 7 साल सेवा की, राहेल लई 7 साल सेवा की, 6 साल भेड़ बकरियां लई की, लेकिन तू मेरी मजदूरी नू 10 बार बदलिया, पर फिर भी परमेश्वर ने तेरे तो वध मैनू ब्लैस किया। अगर एक व्यक्ति जिन्हें बिजनेस एस्टैबलिश किया होवे, जिहदा बिजनेस पहला ही भेड़ बकरियां नाल चलदा होवे पिछले 20-25 साल तो, और एक नवा व्यक्ति उहदे कोल आवे
ਇੱਕ ਨਵਾਂ ਵਿਅਕਤੀ ਉਹਦੇ ਕੋਲ ਆਣ ਕੇ ਉਹਦਾ ਨੌਕਰ ਬਣ ਕੇ ਉਹਦੀ ਸੇਵਾ ਕਰੇ ਔਰ ਉਸ ਤੋਂ ਬਾਅਦ 20 ਸਾਲ ਬਾਅਦ ਉਹਦੇ ਤੋਂ ਹੀ ਵੱਡਾ ਹੋ ਜਾਵੇ। ਉਹਨੇ 10 ਵਾਰ ਉਹਦੀ ਮਜ਼ਦੂਰੀ ਬਦਲੀ, ਪਰਮੇਸ਼ਵਰ ਨੇ ਫਿਰ ਵੀ ਉਹਨੂੰ ਬਲੈਸ ਕੀਤਾ। ਅਗਰ ਤੁਸੀਂ ਪ੍ਰਭੂ ਦੇ ਅੰਦਰ ਸਹੀ ਰੀਤੀ ਨਾਲ ਚੱਲ ਰਹੇ ਹੋ ਤਾਂ ਪਰਮੇਸ਼ਵਰ ਤੁਹਾਡੇ ਨਾਲ ਪ੍ਰਤਿੱਗਿਆ ਕਰੇਗਾ ਕਿ ਤੁਹਾਡੇ ਡਿਸੈਂਡੈਂਟ, ਤੁਹਾਡੀ ਜਿਹੜੀਆਂ ਤੁਹਾਡੀਆਂ ਨਸਲਾਂ ਹਨ, ਉਹਨਾਂ ਉੱਤੇ ਇਦਾਂ ਦੀ ਬਲੇਸਿੰਗ ਆਏਗੀ। ਉਹ ਪਰਮੇਸ਼ਵਰ ਤੁਹਾਡੇ ਨਾਲ ਪ੍ਰਤਿੱਗਿਆ ਕਰੇਗਾ ਔਰ ਉਹ ਪ੍ਰਤਿੱਗਿਆ ਨੂੰ ਪਰਮੇਸ਼ਵਰ ਤੁਹਾਡੀ ਪਰਿਵਾਰ ਦੇ ਅੰਦਰ, ਤੁਹਾਡੇ ਬੱਚਿਆਂ ਦੇ ਅੰਦਰ, ਤੁਹਾਡੇ ਬੱਚਿਆਂ ਦੇ ਬੱਚਿਆਂ ਦੇ ਅੰਦਰ ਉਹ ਬਲੇਸਿੰਗ ਨੂੰ ਅਦਭੁਤ ਰੀਤੀ ਨਾਲ ਉੰਡੇਲ ਦੇਵੇਗਾ। ਅਦਭੁਤ ਰੀਤੀ ਨਾਲ ਉੰਡੇਲ ਦੇਵੇਗਾ। ਅਦਭੁਤ ਰੀਤੀ ਨਾਲ ਉੰਡੇਲ ਦੇਵੇਗਾ। ਆਮੇਨ। ਇਸ ਲਈ ਉਹਦੀ ਮਜ਼ਦੂਰੀ ਬਦਲੀ। ਜਿਹੜੀ 7 ਸਾਲ ਉਹਨੇ ਰਹੇਲ ਲਈ ਸੇਵਾ ਕੀਤੀ, ਲਾਬਾਨ ਨੇ ਉਹਨੂੰ ਲੀਆ ਦੇ ਦਿੱਤੀ। 7 ਸਾਲ ਫਿਰ ਉਹਨੇ ਰਹੇਲ ਲਈ ਸੇਵਾ ਕੀਤੀ, ਫਿਰ ਉਹਨੂੰ ਰਹੇਲ ਮਿਲੀ 14 ਸਾਲ ਬਾਅਦ। ਫਿਰ ਉਹਨੇ ਭੇਡ ਬੱਕਰੀਆਂ ਲਈ ਸੇਵਾ ਕੀਤੀ, ਫਿਰ ਉਹਨੂੰ ਭੇਡ ਬੱਕਰੀਆਂ ਮਿਲੀਆਂ। ਲੇਕਿਨ ਲਾਬਾਨ ਡਰ ਗਿਆ ਕਿ ਇਹ ਮੇਰੇ ਤੋਂ ਹੀ ਵੱਧ ਗਿਆ ਹੈ, ਕਿਉਂਕਿ ਦੋਨਾਂ ਦਾ ਬਿਜ਼ਨਸ ਵੱਖਰਾ ਹੋ ਚੁੱਕਾ ਸੀ। ਦੋਨਾਂ ਦਾ ਬਿਜ਼ਨਸ ਵੱਖਰਾ ਹੋ ਚੁੱਕਾ ਸੀ ਔਰ ਯਾਕੂਬ ਉਸ ਤੋਂ ਵੀ ਜ਼ਿਆਦਾ ਵੱਧ ਗਿਆ। ਹਾਲੇਲੂਇਆ, ਹਾਲੇਲੂਇਆ। ਯਾਕੂਬ ਉਸ ਤੋਂ ਜ਼ਿਆਦਾ ਕਿਸ ਤਰ੍ਹਾਂ ਵਧਿਆ? ਅਗਰ ਤੁਸੀਂ ਦੇਖੋ, ਜਦੋਂ ਯਾਕੂਬ ਆਪਣੇ ਘਰ ਤੋਂ ਗਿਆ, ਉਹ ਬਤੇਲ ਦੇ ਅੰਦਰ ਸੀ ਔਰ ਉਹਨੇ ਬਤੇਲ ਵਿੱਚ ਜਾ ਕੇ ਜਦੋਂ ਇੱਕ ਪੱਥਰ ਲਏ, ਉਹਨਾਂ ਤੇ ਤੇਲ ਪਾਇਆ ਔਰ ਉਹਨੇ ਜਗ੍ਹਾ ਤੇ ਕੀ ਕਿਹਾ? ਪਰਮੇਸ਼ਵਰ, ਜੇ ਤੂੰ ਮੈਨੂੰ ਰਹਿਣ ਲਈ ਸਥਾਨ ਦਵੇਂ, ਪਹਿਨਣ ਲਈ ਕੱਪੜੇ ਦਵੇਂ, ਖਾਣ ਲਈ ਰੋਟੀ ਦਵੇਂ, ਤਾਂ ਮੈਂ ਤੈਨੂੰ ਆਪਣੇ ਸਾਰੀ ਇਨਕਮ ਦਾ ਦਸ਼ਵਾਂਸ਼ ਦਿਆਂਗਾ। ਔਰ ਯਾਕੂਬ ਨੇ ਉਸੇ ਤਰ੍ਹਾਂ ਕੀਤਾ ਔਰ ਯਾਕੂਬ ਪਰਮੇਸ਼ਵਰ ਦੇ ਨਾਲ ਸਹੀ ਰੀਤੀ ਨਾਲ ਚੱਲਦਾ ਰਿਹਾ ਔਰ ਪਰਮੇਸ਼ਵਰ ਨੇ ਉਹਨੂੰ ਪਰਾਏ ਦੇਸ਼ ਦੇ ਅੰਦਰ ਵਧਾਇਆ। ਬੋਲੋ ਆਮੇਨ। ਯਾਕੂਬ ਉਸ ਜਗ੍ਹਾ ਤੇ ਇੱਕ ਦਾਸ ਬਣ ਕੇ ਗਿਆ ਸੀ, ਇੱਕ ਨੌਕਰ ਬਣ ਕੇ ਗਿਆ ਸੀ। ਅਗਰ ਤੁਸੀਂ ਪਰਮੇਸ਼ਵਰ ਦੀਆਂ ਨਜ਼ਰਾਂ ਵਿੱਚ ਹੋ, ਜਿਸ ਜਗ੍ਹਾ ਦੇ ਉੱਤੇ ਤੁਸੀਂ ਵਰਕ ਕਰ ਰਹੇ ਹੋ, ਪਰਮੇਸ਼ਵਰ ਉਸੇ ਜਗ੍ਹਾ ਦੇ ਉੱਤੇ ਤੁਹਾਨੂੰ ਵਧਾਏਗਾ, ਤੁਹਾਡੀ ਪੋਸਟ ਨੂੰ ਉੱਚਾ ਕਰੇਗਾ, ਤੁਹਾਡੀ ਪੋਸਟ ਨੂੰ ਫਿਰ ਉੱਚਾ ਕਰੇਗਾ, ਫਿਰ ਤੁਹਾਡੀ ਪੋਸਟ ਨੂੰ ਉੱਚਾ ਕਰੇਗਾ। ਤੁਸੀਂ ਆਪਣੀਆਂ ਨਜ਼ਰਾਂ ਨੂੰ ਪਰਮੇਸ਼ਵਰ ਤੇ ਲਗਾ ਕੇ ਰੱਖੋ। ਆਮੇਨ, ਆਮੇਨ। ਕੋਈ ਵਿਅਕਤੀ ਤੁਹਾਡੀ ਬਲੇਸਿੰਗ ਨੂੰ ਖੋ ਨਹੀਂ ਸਕਦਾ। ਕੋਈ ਵਿਅਕਤੀ ਤੁਹਾਡੀ ਬਲੇਸਿੰਗ ਨੂੰ ਖੋ ਨਹੀਂ ਸਕੇਗਾ। ਜਦੋਂ ਯੂਸਫ ਨੇ ਦਰਸ਼ਨ ਦੇਖਿਆ ਤਾਂ ਯੂਸਫ ਦੇ ਭਰਾਵਾਂ ਨੇ ਕੀ ਦੇਖਿਆ? ਉਹਦੇ ਨਾਲ ਜੈਲਸੀ ਕਰਨ ਲੱਗੇ। ਯੂਸਫ ਨੇ ਦਰਸ਼ਨ ਦੇਖਿਆ, ਕੀ ਦੇਖਿਆ? ਕਹਿੰਦਾ ਮੇਰਾ ਪੂਲਾ ਖੜਾ ਹੈ, 11 ਪੂਲੇ ਮੈਨੂੰ ਦੰਡਵਤ ਕਰ ਰਹੇ ਹਨ। ਜਦੋਂ ਉਹਨੇ ਆਪਣੇ ਭਰਾਵਾਂ ਨੂੰ ਦੱਸਿਆ, ਆਪਣੇ ਮਾਤਾ ਪਿਤਾ ਨੂੰ ਦੱਸਿਆ, ਉਹਦੇ ਮਾਤਾ ਪਿਤਾ ਵੀ ਸਮਝ ਗਏ ਕਿ ਅਸੀਂ ਵੀ ਤੈਨੂੰ ਦੰਡਵਤ ਕਰਾਂਗੇ, ਤੂੰ ਸਾਡਾ ਹੀ ਪੁੱਤਰ ਹੈ, ਅਸੀਂ ਤੈਨੂੰ ਦੰਡਵਤ ਕਰਾਂਗੇ। ਫਿਰ ਉਹਨੇ ਸੁਪਨਾ ਦੇਖਿਆ, ਕੀ ਦੇਖਿਆ? ਉਹਨੇ ਦਰਸ਼ਨ ਦੇਖਿਆ ਕਿ ਤਾਰੇ, ਸੂਰਜ ਤੇ ਚੰਦਰਮਾ ਉਹਨੂੰ ਦੰਡਵਤ ਕਰ ਰਹੇ ਹਨ। ਉਹਨੇ ਕਿਹਾ ਕਿ ਅਸੀਂ ਤੈਨੂੰ ਦੰਡਵਤ ਕਰਾਂਗੇ ਔਰ ਸੱਚਮੁੱਚ ਇਦਾਂ ਹੀ ਹੋਇਆ। ਸੱਚਮੁੱਚ ਇਦਾਂ ਹੀ ਹੋਇਆ। ਉਹਦੇ ਭਰਾਵਾਂ ਨੇ ਇਹ ਦੇਖਿਆ ਕਿ ਯਾਕੂਬ ਯੂਸਫ ਨਾਲ ਸਭ ਤੋਂ ਵੱਧ ਪ੍ਰੇਮ ਕਰਦਾ ਹੈ। ਉਹਨਾਂ ਨੇ ਯੂਸਫ ਨੂੰ ਫੜਿਆ ਔਰ ਟੋਏ 'ਚ ਸੁੱਟ ਦਿੱਤਾ। ਯੂਸਫ ਨੂੰ ਫੜਿਆ ਉਹਦੇ ਭਰਾਵਾਂ ਨੇ ਔਰ ਜ਼ਮੀਨ ਤੋਂ ਵੀ ਥੱਲੇ ਸੁੱਟ ਦਿੱਤਾ। ਫਿਰ ਉਹਨਾਂ ਨੂੰ ਇਸ਼ਮਾਇਲੀਆਂ ਹੱਥ ਵੇਚ ਦਿੱਤਾ। ਫਿਰ ਉਹ ਪੋਤੀਫਰ ਦੇ ਘਰ ਗਿਆ। ਹਰ ਜਗ੍ਹਾ ਉਹਨੂੰ ਥੱਲੇ ਸੁੱਟਿਆ ਗਿਆ। ਹਰ ਜਗ੍ਹਾ ਉਹਦੇ ਜੀਵਨ 'ਚ ਖੋਣ ਦੀ ਕੋਸ਼ਿਸ਼ ਕੀਤੀ ਗਈ। ਉਹਦੇ ਭਰਾਵਾਂ ਨੇ ਉਹਦਾ ਹੱਕ ਖੋਹ ਲਿਆ। ਇਸ਼ਮਾਇਲੀਆਂ ਹੱਥ ਵੇਚ ਦਿੱਤਾ ਗਿਆ। ਪੋਤੀਫਰ ਦੀ ਪਤਨੀ ਉਹਦਾ ਹੱਕ ਖੋਣ ਨੂੰ ਫਿਰਦੀ ਸੀ। ਜੇਲ੍ਹ ਵਿੱਚ ਉਹ ਪਹੁੰਚਾ ਦਿੱਤਾ ਗਿਆ। ਲੇਕਿਨ ਪਰਮੇਸ਼ਵਰ ਉਹਦੇ ਨਾਲ ਸੀ। ਪਰਮੇਸ਼ਵਰ ਨੇ ਚੁੱਕ ਕੇ ਉਹਨੂੰ ਉਸੇ ਦੇਸ਼ ਦਾ ਪ੍ਰਧਾਨ ਮੰਤਰੀ ਬਣਾ ਦਿੱਤਾ। ਬੋਲੋ ਆਮੇਨ, ਬੋਲੋ ਆਮੇਨ। ਤੁਹਾਡੀ ਬਲੈਸਿੰਗ ਨੂੰ ਕੋਈ ਖੋ ਨਹੀਂ ਸਕੇਗਾ। ਯੂਸਫ ਦੀ ਬਲੈਸਿੰਗ ਨੂੰ ਦੇ ਭਰਾਵਾਂ ਨੇ ਖੋਣਾ ਚਾਹਿਆ ਪਰ ਉਹ ਖੋ ਨਹੀਂ ਸਕੇ। ਉਹ ਖੋ ਨਹੀਂ ਸਕੇ। ਪਰਮੇਸ਼ਵਰ ਨੇ ਹੋਰ ਉੱਚਾ ਕਰ ਦਿੱਤਾ ਉਹਨੂੰ।
ਔਰ ਇੱਕ ਸਮਾਂ ਇਦਾਂ ਦਾ ਆਇਆ ਉਹਦੇ ਭਰਾ ਵੀ ਉਹਦੇ ਕੋਲ ਅਨਾਜ ਮੰਗਣ ਲਈ ਆਉਂਦੇ ਸੀ। ਇਫ ਯੂ ਆਰ ਬਲੈਸਡ, ਪਰਮੇਸ਼ਵਰ ਨੇ ਤੁਹਾਨੂੰ ਬਲੈਸ ਕੀਤਾ ਹੈ, ਉਹਨੂੰ ਕੋਈ ਰੋਕ ਨਹੀਂ ਸਕਦਾ ਹੋਰ ਆਸ਼ੀਸ਼ ਹੋਣ ਤੋਂ, ਉਹਨੂੰ ਕੋਈ ਰੋਕ ਨਹੀਂ ਸਕਦਾ ਹੋਰ ਬਲੈਸ ਹੋਣ ਤੋਂ, ਉਹਨੂੰ ਕੋਈ ਰੋਕ ਨਹੀਂ ਸਕਦਾ ਹੋਰ ਆਸ਼ੀਸ਼ ਮਿਲਣ ਤੋਂ। ਹਾਲੇਲੂਇਆ, ਹਾਲੇਲੂਇਆ। ਕਈ ਲੋਕ ਕੀ ਸੋਚਦੇ ਹਨ, ਦੇਖੋ ਜਦੋਂ ਤੁਸੀਂ ਆਪਣਾ ਘਰ ਬਣਾ ਲਿਆ, ਤੁਸੀਂ ਘਰ ਬਣਾ ਲਿਆ ਤੇ ਤੁਹਾਨੂੰ ਪਤਾ ਲੱਗਦਾ ਜਦੋਂ ਤੁਸੀਂ ਘਰ ਦੇ ਬਾਹਰ ਨਿਕਲਦੇ, ਤੁਸੀਂ ਆਪਣਾ ਘਰ ਬਣਾਇਆ, ਟੈਲਾਂ ਟੂਲਾਂ ਲਾਈਆਂ ਵਧੀਆ ਕਰਕੇ, ਤੁਸੀਂ ਆਪਣੇ ਘਰੋਂ ਬਾਹਰ ਨਿਕਲਦੇ ਤਾਂ ਘਰ ਦੇ ਬਾਹਰ ਨਾਰੀਅਲ ਤੇ ਆਂਡੇ ਤੇ ਚੁੰਨੀ ਜੀ ਪਈ ਲਾਲ। ਜਦੋਂ ਤੁਸੀਂ ਵੱਧਦੇ ਹੋ ਤਾਂ ਕੁਝ ਲੋਕ ਜਾਦੂ ਟੂਣਾ ਕਰਦੇ ਹਨ। ਉਹ ਜਾਦੂ ਟੂਣਾ ਕਿਉਂ ਕਰਦੇ ਹਨ? ਉਹਨਾਂ ਨੂੰ ਜੈਲਸੀ ਹੁੰਦੀ ਹੈ, ਇਹ ਵੱਧ ਗਿਆ, ਉਹ ਤੁਹਾਡੇ ਵਾਧੇ ਨੂੰ ਰੋਕਦੇ ਹਨ। ਇਹ ਜਾਦੂ ਟੂਣਾ ਹੈ। ਉਹ ਤੁਹਾਨੂੰ ਵਧਣ ਦੇਣਾ ਨਹੀਂ ਚਾਹੁੰਦੇ, ਇਹ ਜਾਦੂ ਟੂਣਾ ਹੈ। ਉਹ ਚਾਹੁੰਦੇ ਹਨ ਕਿ ਇਹ ਵੀ ਥੱਲੇ ਡਿੱਗ ਪਵੇ। ਲੇਕਿਨ ਅਗਰ ਪਰਮੇਸ਼ਵਰ ਨੇ ਤੁਹਾਨੂੰ ਬਲੈਸ ਕੀਤਾ ਹੈ ਤਾਂ ਬਾਈਬਲ 'ਚ ਲਿਖਿਆ, ਯਾਕੂਬ ਦੇ ਘਰਾਣੇ ਦੇ ਉੱਤੇ ਕੋਈ ਜਾਦੂ, ਕੋਈ ਟੋਣਾ, ਕੋਈ ਤੰਤਰ, ਕੋਈ ਮੰਤਰ ਅਰਥ ਨਹੀਂ ਰੱਖਦਾ। ਬੋਲੋ ਆਮੇਨ, ਬੋਲੋ ਆਮੇਨ। ਅਗਰ ਪਰਮੇਸ਼ਵਰ ਨੇ ਤੁਹਾਨੂੰ ਚੁਣ ਲਿਆ ਹੈ ਤਾਂ ਕੋਈ ਜਾਦੂ ਰੋਕ ਸਕਦਾ ਹੈ, ਕੋਈ ਟੋਣਾ ਰੋਕ ਸਕਦਾ ਹੈ, ਕੋਈ ਤੰਤਰ ਰੋਕ ਸਕਦਾ ਹੈ, ਕੋਈ ਮੰਤਰ ਰੋਕ ਸਕਦਾ ਹੈ। ਕੁਝ ਵੀ ਚੀਜ਼, ਕੁਝ ਵੀ ਪ੍ਰੋਬਲਮ ਤੁਹਾਨੂੰ ਵਧਣ ਤੋਂ ਰੋਕ ਨਾ ਸਕੇਗੀ। ਬੋਲੋ ਆਮੇਨ, ਬੋਲੋ ਆਮੇਨ। ਅਗਰ ਕੋਈ ਵਿਅਕਤੀ ਤੁਹਾਡੇ ਉੱਤੇ ਜਾਦੂ ਕਰ ਚੁੱਕਾ ਹੈ, ਟੋਣਾ ਕਰ ਚੁੱਕਾ ਹੈ, ਤੰਤਰ ਕਰ ਚੁੱਕਾ ਹੈ, ਮੰਤਰ ਕਰ ਚੁੱਕਾ ਹੈ, ਇਹ ਵਚਨ ਲੈ ਲਓ ਆਪਣੇ ਜੀਵਨ ਦੇ ਅੰਦਰ। वचन पढ़ो, गिनती की पुस्तक 24 अध्याय उसकी 10 आयत। बाइबल च लिखा, तब बालाक का कोप बिलाम पर भड़क उठा और उसके हाथ पर हाथ पटकर बिलाम से कहा, मैंने तुझे अपने शत्रुओं को शाप देने के लिए बुलाया था, परंतु 3 बार तूने उन्हें आशीर्वाद पर आशीर्वाद दिया है। अगर लोगों ने तुहाडे जीवन ते जादू टोना तंत्र मंत्र किया है, अज सारा जादू, सारा टोना, सारा तंत्र, सारा मंत्र अज आशीष दे विच बदल जाएगा। यीशु मसीह दे नाम विच ओ जादू टोने नू बदल देवेगा। ओ जादू टोने तंत्र मंत्र नू तुहाडी लाइफ दे अंदर, ब्लैसिंग दे अंदर कन्वर्ट कर देवेगा। बोलो आमीन। जिस तरह प्रभु यीशु मसीह काना दे विआह दे विच गए और प्रभु यीशु मसीह ने पानी नू दाखरस में बदल दिता, आज उस तरह जादू टोना तुहाडे लई ब्लैसिंग दे अंदर बदल जाएगा। बोलो आमीन। तुहाडे लई गलत विਉਂਤਾਂ ਬਣਾਉਂਦੇ ਹਨ ਤਾਂ ਉਹਨਾਂ ਨੂੰ ਬਣਾ ਲੈਣ ਦਿਓ। ਜੇ ਲੋਕ ਤੁਹਾਡੇ ਲਈ ਗਲਤ ਪਲੈਨਿੰਗ ਕਰਦੇ ਹਨ, ਉਹਨਾਂ ਨੂੰ ਕਰ ਲੈਣ ਦਿਓ। ਅਗਰ ਉਹ ਗੋਲ ਟੇਬਲ ਤੇ ਬਹਿ ਕੇ ਤੁਹਾਡੇ ਬਾਰੇ ਕੁਝ ਸੋਚਦੇ ਹਨ ਤਾਂ ਉਹਨਾਂ ਨੂੰ ਸੋਚ ਲੈਣ ਦਿਓ। ਜੋ ਝੁੰਡ ਬਣਾ ਕੇ ਤੁਹਾਡੇ ਉੱਤੇ ਜਾਦੂ ਟੋਣਾ ਕਰਨ ਬਾਰੇ ਸੋਚਦੇ ਹਨ, ਤੁਹਾਨੂੰ ਸੁੱਟਣ ਬਾਰੇ ਸੋਚਦੇ ਹਨ, ਉਹਨਾਂ ਨੂੰ ਕਰ ਲੈਣ ਦਿਓ। ਹਮਾਨ ਨੇ ਵੀ ਮੌਰਦਕੇ ਦੇ ਪ੍ਰਤੀ ਕਰਨਾ ਚਾਹਿਆ। ਹਮਾਨ ਨੇ ਸੋਚਿਆ ਮੌਰਦਕੇ ਇੱਕ ਸੈਨਿਕ ਸੀ ਔਰ ਹਮਾਨ ਇੱਕ ਸੈਨਾਪਤੀ ਸੀ। ਲੇਕਿਨ ਜਦੋਂ ਹਮਾਨ ਲੰਘਦਾ, ਮੌਰਦਕੇ ਉਹਨੂੰ ਸਲੂਟ ਨਹੀਂ ਸੀ ਮਾਰਦਾ। ਹਮਾਨ ਨੂੰ ਗੁੱਸਾ ਆਇਆ। ਹਮਾਨ ਨੇ ਕਿਹਾ, ਮੈਂ ਇਹਨੂੰ ਉਲਟਾ ਲਟਕਾ ਦੇਵਾਂਗਾ ਫਾਂਸੀ ਦੇ ਉੱਤੇ, ਔਰ ਉਹਨੇ ਉਹਦੇ ਲਈ ਇੱਕ ਫਾਂਸੀ ਦਾ ਖੰਭਾ ਤਿਆਰ ਕੀਤਾ। ਲੇਕਿਨ ਪਰਮੇਸ਼ਵਰ ਨੇ ਜਿਹੜਾ ਖੰਭਾ ਉਹਦੇ ਲਈ ਤਿਆਰ ਕੀਤਾ ਸੀ, ਉਲਟਾ ਹਮਾਨ ਨੂੰ ਹੀ ਉਹਦੇ ਉੱਤੇ ਲਟਕਾ ਦਿੱਤਾ ਗਿਆ। ਬਲੈਕ ਮੈਜਿਕ ਕਰਨ ਵਾਲੇ ਲੋਕ ਉਹ ਹਮੇਸ਼ਾ ਦੂਜੇ ਲੋਕਾਂ ਲਈ ਬੁਰਾ ਸੋਚਦੇ ਹਨ, ਲੇਕਿਨ ਪਰਮੇਸ਼ਵਰ ਦੇ ਲੋਕ ਕਿਸੇ ਲਈ ਬੁਰਾ ਸੋਚ ਨਹੀਂ ਸਕਦੇ, ਕਿਉਂਕਿ ਪਰਮੇਸ਼ਵਰ ਨੇ ਉਹਨਾਂ ਨੂੰ ਇਹ ਹੱਕ ਹੀ ਨਹੀਂ ਦਿੱਤਾ ਉਹ ਕਿਸੇ ਬਾਰੇ ਬੁਰਾ ਸੋਚਣ। ਉਹਨਾਂ ਕੋਲ ਸਮਾਂ ਹੀ ਨਹੀਂ ਕਿ ਕਿਸੇ ਬਾਰੇ ਬੁਰਾ ਸੋਚਣ, ਕਿਉਂਕਿ ਪਰਮੇਸ਼ਵਰ ਨੇ ਉਹਨਾਂ ਨੂੰ ਆਸ਼ੀਸ਼ ਦੇਣ ਲਈ ਚੁਣਿਆ ਹੈ। ਵਿਵਸਥਾ ਵਿਵਰਣ 23 ਅਧਿਆਏ ਉਹਦੀ 5 ਆਇਤ 'ਚ ਲਿਖਿਆ कि हाँ, तेरे परमेश्वर यहोवा ने बिलाम की ना सुनी, किंतु तेरे परमेश्वर यहोवा ने तेरे निर्मित शाप को आशीष में बदल दिया। क्यों परमेश्वर ने श्राप को आशीष में बदल दिया? क्योंकि तेरा परमेश्वर यहोवा तुझसे प्रेम करता है। क्यों परमेश्वर ਤੁਹਾਡੇ ਜੀਵਨ ਦੇ ਵਿੱਚੋਂ ਜਾਦੂ ਟੋਣੇ ਨੂੰ, ਤੰਤਰ ਮੰਤਰ ਨੂੰ ਉਹ ਆਸ਼ੀਸ਼ ਵਿੱਚ ਬਦਲ ਦੇਵੇਗਾ, ਕਿਉਂਕਿ ਤੁਹਾਡਾ ਪਰਮੇਸ਼ਵਰ ਤੁਹਾਨੂੰ ਪ੍ਰੇਮ ਕਰਦਾ ਹੈ। ਪਰਮੇਸ਼ਵਰ ਇਜ਼ਰਾਈਲੀਆਂ ਨਾਲ ਪ੍ਰੇਮ ਕਰਦਾ ਸੀ।
ਇਸ ਲਈ ਬਿਲਾਮ ਉਹਨਾਂ ਨੂੰ ਸ਼ਰਾਪ ਦੇਣ ਲਈ ਨਿਕਲਿਆ ਔਰ ਉਹਦੇ ਮੂੰਹ ਦੇ ਵਿੱਚੋਂ ਆਸ਼ੀਸ਼ ਹੀ ਨਿਕਲੀ। ਪਰਮੇਸ਼ਵਰ ਉਹਦੀ ਜੀਭ ਨੂੰ ਅਨੁਮਤੀ ਨਹੀਂ ਦਿੱਤੀ ਕਿ ਉਹ ਜੀਭ ਵੀ ਮੇਰੇ ਬੱਚਿਆਂ ਦੇ ਵਿਰੋਧ ਵਿੱਚ ਖੋਲ ਸਕੇ। ਜਿਹੜੇ ਲੋਕ ਆਪਣੀ ਜੀਭ ਨੂੰ ਤੁਹਾਡੇ ਵਿਰੋਧ ਵਿੱਚ ਖੋਲਦੇ ਹਨ, ਉਸ ਜੀਭ ਨੂੰ ਪਰਮੇਸ਼ਵਰ ਪਸੰਦ ਨਹੀਂ ਕਰਦਾ। ਜਿਹੜੀ ਜੀਭ ਉਹਦੇ ਬੱਚਿਆਂ ਦੇ ਵਿਰੋਧ ਵਿੱਚ ਖੁੱਲਦੀ ਹੈ। ਪਰਮੇਸ਼ਵਰ ਤਾਂ ਇੰਨਾ ਪ੍ਰੇਮ ਕਰਦਾ ਹੈ ਆਪਣੇ ਬੱਚਿਆਂ ਦੇ ਨਾਲ, ਆਪਣੇ ਚੁਣੇ ਹੋਏ ਲੋਕਾਂ ਦੇ ਨਾਲ। ਉਹ ਪਰਮੇਸ਼ਵਰ ਆਖਦਾ ਹੈ ਕਿ ਜਿਸ ਨਾਲ ਮੈਂ ਪ੍ਰੇਮ ਕਰਦਾ ਹਾਂ ਉਹਨੂੰ ਮਿੱਟੀ ਤੋਂ ਉਠਾ ਕੇ ਮਹਿਲਾਂ ਵਿੱਚ ਪਹੁੰਚਾ ਦਿੰਦਾ ਹਾਂ। ਜਿਸ ਨਾਲ ਮੈਂ ਪ੍ਰੇਮ ਕਰਦਾ ਹਾਂ ਉਹਦੇ ਜੀਵਨ ਨੂੰ ਮੈਂ ਬਦਲ ਕੇ ਰੱਖ ਦਿੰਦਾ ਹਾਂ। ਜਿਹਦੇ ਨਾਲ ਪਰਮੇਸ਼ਵਰ ਪ੍ਰੇਮ ਕਰਦਾ ਹੈ ਉੱਤੇ ਕੋਈ ਜਾਦੂ ਟੋਣਾ ਤੰਤਰ ਮੰਤਰ ਕੁਝ ਵੀ ਨਹੀਂ ਚੱਲਦਾ। ਜਿਹਦੇ ਨਾਲ ਪਰਮੇਸ਼ਵਰ ਪ੍ਰੇਮ ਕਰਦਾ ਹੈ ਉਹਦੇ ਵਿਰੋਧ ਵਿੱਚ ਖੁੱਲੀਆਂ ਹੋਈਆਂ ਜੀਭਾਂ ਨੂੰ ਪਰਮੇਸ਼ਵਰ ਬੰਦ ਕਰ ਦਿੰਦਾ ਹੈ। ਹਾਲੇਲੂਇਆ। ਉਹਨੇ ਆਪਣੇ ਪ੍ਰੇਮ ਦੀ ਖਾਤਰ ਆਪਣੇ ਇਕਲੌਤੇ ਪੁੱਤਰ ਨੂੰ ਭੇਜ ਦਿੱਤਾ। ਬਾਈਬਲ 'ਚ ਲਿਖਿਆ ਜਿਹੜਾ ਉਹ ਤੇ ਵਿਸ਼ਵਾਸ ਕਰੇ ਉਹ ਨਾਸ਼ ਨਾ ਹੋਏ ਬਲਕਿ ਅਨੰਤ ਜੀਵਨ ਨੂੰ ਪਾਏ। ਇਸ ਲਈ ਪਰਮੇਸ਼ਵਰ ਧਰਮੀਆਂ ਨਾਲ ਪ੍ਰੇਮ ਕਰਦਾ ਹੈ। ਪਰਮੇਸ਼ਵਰ ਆਪਣੇ ਬੱਚਿਆਂ ਨਾਲ ਪ੍ਰੇਮ ਕਰਦਾ ਹੈ ਔਰ ਜਿਹਦੇ ਨਾਲ ਪਰਮੇਸ਼ਵਰ ਪ੍ਰੇਮ ਕਰਦਾ ਹੈ ਉਹਦਾ ਕੋਈ ਕੁਝ ਵਿਗਾੜ ਨਹੀਂ ਸਕਦਾ। ਉਹਦਾ ਕੋਈ ਵਿਅਕਤੀ ਕੁਝ ਵਿਗਾੜ ਨਹੀਂ ਸਕਦਾ। ਜਿਹਨੂੰ ਪਰਮੇਸ਼ਵਰ ਨੇ ਚੁਣ ਲਿਆ ਉਹਦੇ ਲਈ ਚਾਹੇ 10,000 ਲੋਕ ਵੀ ਇੱਕ ਸਾਈਡ ਦੇ ਉੱਤੇ ਇਕੱਠੇ ਹੋ ਜਾਣ ਉਹਦਾ ਕੁਝ ਵਿਗਾੜ ਨਹੀਂ ਸਕਣਗੇ। ਜਦੋਂ ਦਾਨੀਅਲ 3 ਵਾਰ ਪਰਮੇਸ਼ਵਰ ਅੱਗੇ ਪ੍ਰਾਰਥਨਾ ਕਰਦਾ ਸੀ ਦਿਨ ਦੇ ਵਿੱਚ, ਕਿੰਨੀ ਵਾਰ? ਦਾਨੀਅਲ ਸਿਰਫ 3 ਵਾਰ ਪ੍ਰਾਰਥਨਾ ਕਰਦਾ ਸੀ ਦਿਨ ਦੇ ਵਿੱਚ। 3 ਵਾਰ, ਸਵੇਰੇ ਦੁਪਹਿਰੇ ਸ਼ਾਮ 3 ਵਾਰ ਪ੍ਰਾਰਥਨਾ ਕਰਦਾ ਸੀ। ਔਰ 3 ਵਾਰ ਪ੍ਰਾਰਥਨਾ ਕਰਨ ਵਾਲਾ ਵਿਅਕਤੀ ਉਹਦੇ ਵਿਰੋਧ ਵਿੱਚ ਮੰਤਰੀਆਂ ਨੇ, ਸੰਤਰੀਆਂ ਨੇ, ਵਜ਼ੀਰਾਂ ਨੇ, ਅਧਿਕਾਰੀਆਂ ਨੇ, ਟੋਣਾ ਕਰਨ ਵਾਲੇ ਲੋਕਾਂ ਨੇ ਉਹਦੇ ਵਿਰੋਧ ਵਿੱਚ ਇਕੱਠੇ ਹੋ ਗਏ ਸਾਰੇ ਜਣੇ। ਔਰ ਰਾਜੇ ਕੋਲ ਜਾ ਕੇ ਚੁਗਲੀ ਖਾਧੀ ਕਿ ਰਾਜਾ ਇਹ ਤੇਰੀ ਪੂਜਾ ਨਹੀਂ ਕਰਦਾ, ਇਹ ਆਪਣੇ ਪਰਮੇਸ਼ਵਰ ਦੀ ਪੂਜਾ ਕਰਦਾ ਹੈ। ਤੂੰ ਇਦਾਂ ਦਾ ਕੰਮ ਕਰ ਕਿ 30 ਦਿਨ ਤੱਕ ਤੇਰੇ ਤੋਂ ਇਲਾਵਾ ਕਿਸੇ ਦੀ ਪੂਜਾ ਨਾ ਕੀਤੀ ਜਾਵੇ। ਉਹਨਾਂ ਨੇ ਚੁਗਲੀ ਖਾਧੀ ਔਰ ਦਾਨੀਅਲ ਉਸੇ ਤਰ੍ਹਾਂ ਪਰਮੇਸ਼ਵਰ ਦੇ ਅੱਗੇ ਪ੍ਰਾਰਥਨਾ ਕਰਦਾ ਰਿਹਾ। ਪਰਮੇਸ਼ਵਰ ਨੇ ਉਹਦੇ ਵਿਰੋਧ ਵਿੱਚ ਕੀਤੀ ਗਈ ਵਿਉਂਤ ਨੂੰ, ਪਰਮੇਸ਼ਵਰ ਨੇ ਉਹਦੇ ਵਿਰੋਧ ਵਿੱਚ ਬਣਾਈ ਗਈ ਬੰਧਨ ਨੂੰ, ਉਹਦੇ ਵਿਰੋਧ ਵਿੱਚ ਬਣਾਈ ਹੋਈ ਸ਼ੇਰਾਂ ਦੇ ਘੁਰਨੇ ਨੂੰ ਜਦੋਂ ਦਾਨੀਅਲ ਸੁੱਟਿਆ ਗਿਆ ਸ਼ੇਰ ਉਹਨੂੰ ਖਾ ਨਹੀਂ ਸਕੇ। ਬੋਲੋ ਆਮੈਨ। ਜਦੋਂ ਦਾਨੀਅਲ ਸ਼ੇਰਾਂ ਦੇ ਘੁਰਨੇ ਵਿੱਚ ਸੁੱਟਿਆ ਗਿਆ ਸ਼ੇਰ ਉਹਨੂੰ, ਪਰਮੇਸ਼ਵਰ ਨੇ ਆਪਣੇ ਦੂਤਾਂ ਨੂੰ ਭੇਜ ਕੇ ਸ਼ੇਰਾਂ ਦੇ ਮੂੰਹ ਨੂੰ ਬੰਦ ਕਰ ਦਿੱਤਾ। ਲੇਕਿਨ ਜਦੋਂ ਉਹ ਲੋਕ ਸੁੱਟੇ ਗਏ ਆਪਣੇ ਪਰਿਵਾਰ ਸਮੇਤ ਤਾਂ ਸ਼ੇਰਾਂ ਨੇ ਉਹਨਾਂ ਦਾ ਕੋਈ ਛੱਡਿਆ ਨਹੀਂ। ਹਾਲੇਲੂਇਆ। ਤੁਹਾਡੇ ਵਿਰੋਧ ਵਿੱਚ ਕੋਈ ਯੁਕਤੀ ਨਾ ਚੱਲੇਗੀ, ਕੋਈ ਬੁੱਧੀ ਨਾ ਚੱਲੇਗੀ, ਕੋਈ ਤੰਤਰ ਨਾ ਚੱਲੇਗਾ, ਕੋਈ ਮੰਤਰ ਨਾ ਚੱਲੇਗਾ, ਕਿਉਂਕਿ ਪਰਮੇਸ਼ਵਰ ਸਾਡੇ ਨਾਲ ਹੈ। ਯਸ਼ਾਇਆ ਨਬੀ ਹਮੇਸ਼ਾ ਪਰਮੇਸ਼ਵਰ ਦੇ ਨਾਲ ਪਰਮੇਸ਼ਵਰ ਅੱਗੇ ਪ੍ਰਾਰਥਨਾ ਕਰਦਾ ਸੀ ਔਰ ਪਰਮੇਸ਼ਵਰ ਦੇ ਨਾਲ ਰਹਿੰਦਾ ਸੀ। ਬਾਈਬਲ 'ਚ ਲਿਖਿਆ ਯਸ਼ਾਇਆ ਉੱਤੇ ਪਰਮੇਸ਼ਵਰ ਨੇ ਇੱਕ ਭੇਤ ਪ੍ਰਗਟ ਕੀਤਾ। ਉਹ ਕੀ ਹੈ? ਯਸ਼ਾਇਆ ਦੀ ਪੁਸਤਕ 48 ਅਧਿਆਏ ਉਹਦੀ 22 ਆਇਤ 'ਚ ਲਿਖਿਆ, दुष्टों के लिए कुछ शांति नहीं, यहोवा का ये वचन है। दुष्टां ਲਈ ਕੋਈ ਸ਼ਾਂਤੀ ਨਹੀਂ। ਸ਼ਾਂਤੀ ਧਰਮੀਆਂ ਲਈ ਹੈ ਲੇਕਿਨ ਦੁਸ਼ਟਾਂ ਦੇ ਲਈ ਸ਼ਾਂਤੀ ਨਹੀਂ ਹੈ। ਬਾਈਬਲ 'ਚ ਲਿਖਿਆ ਹੈ ਕਿ ਦੁਸ਼ਟਾਂ ਲਈ ਸ਼ਾਂਤੀ ਨਹੀਂ ਹੈ। ਪਰਮੇਸ਼ਵਰ ਦੁਸ਼ਟ ਲੋਕਾਂ ਨੂੰ ਨਹੀਂ ਵਧਾਉਂਦਾ। ਦੁਸ਼ਟ ਲੋਕ ਵੱਧ ਰਹੇ ਹਨ, ਉਹ ਆਪਣੀ ਦੁਸ਼ਟਤਾ ਦੇ ਕਾਰਨ ਵੱਧ ਰਹੇ ਹਨ, ਉਹਨਾਂ ਨੂੰ ਪਰਮੇਸ਼ਵਰ ਨਹੀਂ ਵਧਾ ਰਿਹਾ। ਹੋਸ਼ੇ ਨਬੀ ਨੇ ਪਰਮੇਸ਼ਵਰ ਅੱਗੇ ਪ੍ਰਾਰਥਨਾ ਕੀਤੀ, ਕਹਿੰਦਾ ਪਰਮੇਸ਼ਵਰ ਦੁਸ਼ਟ ਬਹੁਤ ਵੱਧਦੇ ਹਨ ਪਰ ਧਰਮੀ ਨਹੀਂ ਵੱਧ ਰਹੇ। ਪਰਮੇਸ਼ਵਰ ਨੇ ਕਿਹਾ ਇਹਨਾਂ ਦੇ ਪਾਪਾਂ ਦਾ ਘੜਾ ਭਰ ਲੈਣ ਦੇ, ਇਹਨਾਂ ਦੇ ਪਾਪਾਂ ਦਾ ਘੜਾ ਭਰ ਲੈਣ ਦੇ। ਇਸ ਲਈ ਵਚਨ 'ਚ ਲਿਖਿਆ ਦੁਸ਼ਟਾਂ ਲਈ ਸ਼ਾਂਤੀ ਨਹੀਂ। ਜਦੋਂ ਪ੍ਰਭੂ ਯੀਸ਼ੂ ਮਸੀਹ ਸ਼ਮੌਨ ਦੇ ਘਰ ਗਏ ਔਰ ਪ੍ਰਭੂ ਯੀਸ਼ੂ ਮਸੀਹ ਸ਼ਮੌਨ ਦੇ ਘਰ ਗਏ ਔਰ ਜਦੋਂ ਪ੍ਰਭੂ ਯੀਸ਼ੂ ਮਸੀਹ ਉਸ ਜਗ੍ਹਾ ਤੇ ਬੈਠੇ, ਇੱਕ ਔਰਤ ਆਈ ਲੂਕਾ ਦੀ ਪੁਸਤਕ 7 ਅਧਿਆਇ ਕੱਢੋ। ਇੱਕ ਔਰਤ ਆਈ ਔਰ ਉਹ ਹੰਝੂਆਂ ਨਾਲ ਰੋਂਦੀ ਹੋਈ, ਹੰਝੂ ਬਹਾਉਂਦੀ ਹੋਈ ਉਹ ਯੀਸ਼ੂ ਮਸੀਹ ਦੇ ਪੈਰਾਂ 'ਚ ਡਿੱਗ ਪਈ। ਉਹ ਪ੍ਰਭੂ ਯੀਸ਼ੂ ਮਸੀਹ ਦੇ ਪੈਰਾਂ 'ਚ ਡਿੱਗੀ ਔਰ ਉਹਨੇ ਆਪਣੇ ਹੰਝੂਆਂ ਦੇ ਨਾਲ ਯੀਸ਼ੂ ਮਸੀਹ ਦੇ ਪੈਰਾਂ ਨੂੰ ਧੋਇਆ। ਆਪਣੇ ਬਾਲਾਂ ਨਾਲ ਉਹ ਯੀਸ਼ੂ ਮਸੀਹ ਦੇ ਪੈਰਾਂ ਨੂੰ ਸਾਫ਼ ਕਰਦੀ ਹੈ। ਉਹ ਰੋਂਦੀ ਹੈ, ਯੀਸ਼ੂ ਮਸੀਹ ਦੇ ਚਰਨਾਂ 'ਚ ਬੈਠ ਕੇ ਰੋਂਦੀ ਹੈ। ਔਰ ਪ੍ਰਭੂ ਯੀਸ਼ੂ ਮਸੀਹ ਨੇ ਕਿਹਾ ਤੇਰੇ ਪਾਪ ਬਹੁਤ ਹਨ
ਮਾਫ ਹੋਏ। ਆਮੈਨ। ਪ੍ਰਭੂ ਯੀਸ਼ੂ ਮਸੀਹ ਨੇ ਕਿਹਾ ਤੇਰੇ ਪਾਪ ਬਹੁਤ ਹਨ, ਜਾ ਤੇਰੇ ਪਾਪ ਮਾਫ ਹੋਏ, ਅੱਗੇ ਤੋਂ ਪਾਪ ਨਾ ਕਰੀ। ਪ੍ਰਭੂ ਯੀਸ਼ੂ ਮਸੀਹ ਨੇ ਉਹਦੇ ਪਾਪਾਂ ਨੂੰ ਮਾਫ ਕਰ ਦਿੱਤਾ, ਉਹਨੂੰ ਦੁਸ਼ਟ ਤੋਂ ਧਰਮੀ ਵਿੱਚ ਬਦਲ ਦਿੱਤਾ। ਬੋਲੋ ਆਮੈਨ। ਉਹ ਪੂਰੀ ਤਰ੍ਹਾਂ ਆਪਣੇ ਆਪ ਨੂੰ ਤੋੜ ਚੁੱਕੀ ਸੀ, ਉਹ ਟੁੱਟ ਕੇ ਯੀਸ਼ੂ ਮਸੀਹ ਦੇ ਕੋਲ ਆਈ, ਉਹ ਟੁੱਟ ਕੇ ਯੀਸ਼ੂ ਮਸੀਹ ਦੇ ਕੋਲ ਆਈ। ਜਦ ਤੱਕ ਤੁਸੀਂ ਟੁੱਟ ਕੇ ਪੂਰੀ ਤਰ੍ਹਾਂ ਸੰਸਾਰ ਤੋਂ ਯੀਸ਼ੂ ਮਸੀਹ ਦੇ ਕੋਲ ਨਹੀਂ ਆਉਂਦੇ, ਉਹ ਤੁਹਾਡੇ ਜੀਵਨ ਦੇ ਵਿੱਚੋਂ ਪਾਪਾਂ ਨੂੰ ਮਾਫ ਨਹੀਂ ਕਰਦਾ। ਉਹ ਤੁਹਾਡੇ ਜੀਵਨ ਦੇ ਵਿੱਚੋਂ ਪਾਪਾਂ ਨੂੰ ਮਾਫ ਕਰ ਦਿੰਦਾ ਹੈ ਜਦੋਂ ਤੁਸੀਂ ਪੂਰੀ ਤਰ੍ਹਾਂ ਟੁੱਟ ਕੇ, ਸੰਸਾਰ ਨਾਲ ਟੁੱਟ ਕੇ ਤੁਸੀਂ ਪਰਮੇਸ਼ਵਰ ਦੇ ਕੋਲ ਆ ਕੇ ਮਾਫੀ ਮੰਗਦੇ ਹੋ, ਔਰ ਉਹ ਤੁਹਾਡੇ ਪਾਪਾਂ ਤੋਂ ਤੁਹਾਨੂੰ ਮਾਫ ਕਰ ਦਿੰਦਾ ਹੈ। ਔਰ ਪਰਮੇਸ਼ਵਰ ਨੇ, ਪ੍ਰਭੂ ਯੀਸ਼ੂ ਮਸੀਹ ਨੇ ਉਸ ਔਰਤ ਨੂੰ ਕਿਹਾ ਤੇਰੇ ਵਿਸ਼ਵਾਸ ਨੇ ਤੈਨੂੰ ਬਚਾ ਲਿਆ, ਸ਼ਾਂਤੀ ਨਾਲ ਚਲੀ ਜਾ। ਪ੍ਰਭੂ ਯੀਸ਼ੂ ਮਸੀਹ ਨੇ ਉਹਦੇ ਪਾਪਾਂ ਨੂੰ ਮਾਫ ਕਰ ਦਿੱਤਾ। ਲੇਕਿਨ ਜਿਹੜਾ ਸ਼ਮੌਨ ਹੈ, ਜਿਹਦੇ ਘਰ ਦੇ ਅੰਦਰ ਪ੍ਰਭੂ ਯੀਸ਼ੂ ਮਸੀਹ ਗਏ, ਜਦੋਂ ਉਹ ਇਸਤਰੀ ਪ੍ਰਭੂ ਦੇ ਚਰਨਾਂ 'ਚ ਡਿੱਗੀ, ਉਹ ਦੂਰੋਂ ਦੇਖ ਕੇ ਸੋਚ ਰਿਹਾ ਹੈ ਜੇ ਇਹ ਨਬੀ ਹੁੰਦਾ ਤਾਂ ਇਹ ਜਾਣ ਲੈਂਦਾ ਇਹ ਕਿਹੜੀ ਔਰਤ ਹੈ ਜਿਹੜੀ ਦੇ ਕਦਮਾਂ ਵਿੱਚ ਪਈ ਹੈ, ਜਿਹੜੀ ਇਹ ਔਰਤ ਵਿਭਚਾਰ ਕਰਨ ਵਾਲੀ ਔਰਤ ਹੈ, ਆਪਣੇ ਸਰੀਰ ਨੂੰ ਵੇਚਣ ਵਾਲੀ ਔਰਤ ਹੈ, ਔਰ ਇਹ ਪ੍ਰਭੂ ਦੇ ਪੈਰਾਂ ਨੂੰ ਛੂ ਰਹੀ ਹੈ, ਔਰ ਪ੍ਰਭੂ ਇਹਨੂੰ ਕੁਝ ਵੀ ਨਹੀਂ ਕਹਿ ਰਿਹਾ। ਸ਼ਮੌਨ ਕੀ ਸੋਚ ਰਿਹਾ ਸੀ ਔਰ ਪ੍ਰਭੂ ਯੀਸ਼ੂ ਮਸੀਹ ਕੀ ਸੋਚ ਰਹੇ ਸਨ? ਪ੍ਰਭੂ ਨੇ ਕਿਹਾ ਜਾ ਤੇਰੇ ਪਾਪ ਮਾਫ ਹੋਏ। ਲੋਕ ਤੁਹਾਡੇ ਬਾਰੇ ਕੀ ਸੋਚਦੇ ਹਨ ਇਹਦੀ ਫਿਕਰ ਕਰਨਾ ਬੰਦ ਕਰ ਦਿਓ। ਲੋਕ ਤੁਹਾਡੇ ਬਾਰੇ ਕੀ ਕਹਿੰਦੇ ਹਨ ਇਹਦੀ ਫਿਕਰ ਕਰਨਾ ਬੰਦ ਕਰ ਦਿਓ। ਪਰਮੇਸ਼ਵਰ ਤੁਹਾਡੇ ਬਾਰੇ ਕੀ ਕਹਿੰਦਾ ਹੈ ਇਹਦੀ ਫਿਕਰ ਕਰਨੀ ਸ਼ੁਰੂ ਕਰ ਦਿਓ। ਸ਼ਮੌਨ ਤਾਂ ਪ੍ਰਭੂ ਯੀਸ਼ੂ ਮਸੀਹ ਬਾਰੇ ਵੀ ਸੋਚਦਾ ਸੀ, ਇਹ ਔਰਤ ਨੂੰ ਛੂਹਣ ਲਈ ਕਿਉਂ ਦੇ ਰਿਹਾ ਹੈ। ਚੇਲੇ ਵੀ ਪ੍ਰਭੂ ਯੀਸ਼ੂ ਮਸੀਹ ਬਾਰੇ ਸੋਚਦੇ ਸਨ, ਇਹ ਸਾਮਰੀ ਔਰਤ ਨਾਲ ਕਿਉਂ ਗੱਲਾਂ ਕਰ ਰਿਹਾ ਹੈ। ਲੋਕ ਤੁਹਾਡੇ ਬਾਰੇ ਸੋਚਦੇ ਹਨ, ਸੋਚ ਲੈਣ ਦਿਓ। ਤੁਸੀਂ ਪਰਮੇਸ਼ਵਰ ਦੇ ਨਾਲ ਚੱਲੀ ਚਲੋ। ਡਜ਼ਨਟ ਮੈਟਰ ਲੋਕ ਤੁਹਾਡੇ ਬਾਰੇ ਕੀ ਸੋਚਦੇ ਹਨ, ਇਹ ਮੈਟਰ ਕਰਦਾ ਹੈ ਕਿ ਪਰਮੇਸ਼ਵਰ ਨੇ ਤੁਹਾਨੂੰ ਆਸ਼ੀਸ਼ ਦੇਣ ਲਈ ਚੁਣ ਲਿਆ ਹੈ। ਬੋਲੋ ਆਮੈਨ। ਪਰਮੇਸ਼ਵਰ ਨੇ ਤੁਹਾਨੂੰ ਬਲੇਸਿੰਗ ਦੇਣ ਲਈ ਚੁਣ ਲਿਆ ਹੈ। ਬੋਲੋ ਆਮੈਨ। ਗਿਣਤੀ ਦੀ ਪੁਸਤਕ 32 ਅਧਿਆਏ ਉਹਦੀ 23 ਆਇਤ ਪੜੋ। और यदि तुम ऐसा न करो तो यहोवा के विरुद्ध पापी ठहरोगे और जान रखो कि तुमको तुम्हारा पाप लगेगा। ਹਾਲੇਲੂਇਆ। ਜਿਹੜਾ ਵਿਅਕਤੀ ਪਾਪ ਕਰਦਾ ਹੈ ਉਹਦਾ ਪਾਪ ਉਹਦਾ ਪਿੱਛਾ ਕਰੇਗਾ। ਜੇ ਇੱਕ ਕੁਆਰੀ ਲੜਕੀ ਪਾਪ ਕਰਦੀ ਹੈ, ਜੇ ਉਹ ਵਿਆਹੀ ਵੀ ਜਾਵੇ ਤਾਂ ਉਹਦਾ ਪਾਪ ਉਹਦਾ ਪਿੱਛਾ ਕਰਦਾ ਹੈ। ਪਾਪੀ ਦੇ ਪਾਪ ਉਹਦੇ ਪਿੱਛੇ ਆਉਣਗੇ, ਧਰਮੀ ਦਾ ਧਰਮ ਉਹਦੇ ਪਿੱਛੇ ਚੱਲੇਗਾ। ਪਾਪੀਆਂ ਦੇ ਨਾਲ ਪਾਪ ਚੱਲਦਾ ਹੈ, ਧਰਮੀਆਂ ਦੇ ਨਾਲ ਕਰੁਣਾ ਤੇ ਭਲਾਈ ਚੱਲਦੀਆਂ ਹਨ। ਪਾਪੀਆਂ ਦੇ ਨਾਲ ਪਾਪ ਚੱਲਦਾ ਹੈ, ਧਰਮੀਆਂ ਦੇ ਨਾਲ ਕਰੁਣਾ ਤੇ ਭਲਾਈ ਚੱਲਦੀਆਂ ਹਨ। ਬਾਈਬਲ 'ਚ ਲਿਖਿਆ ਕਰੁਣਾ ਤੇ ਭਲਾਈ ਤੇਰੇ ਨਾਲ ਨਾਲ ਚੱਲਣਗੀਆਂ। ਹਾਲੇਲੂਇਆ, ਹਾਲੇਲੂਇਆ। ਬਾਈਬਲ 'ਚ ਲਿਖਿਆ ਇੱਕ ਆਇਤ ਹੋਰ ਪੜੋ, ਨੀਤੀ ਵਚਨ ਦੀ ਪੁਸਤਕ 13 ਅਧਿਆਏ ਉਹਦੀ 21 ਆਇਤ। बुराई पापियों के पीछे पड़ती है परंतु धर्मियों को अच्छा फल मिलता है। ਧਰਮੀਆਂ को अच्छा फल मिलता है। ਪਾਪੀਆਂ ਦੇ ਪਿੱਛੇ ਬੁਰਾਈ ਪਈ ਰਹਿੰਦੀ ਹੈ। ਉਹ ਇੱਕ ਬੰਧਨ ਤੋਂ ਛੁੱਟ ਗਏ, ਦੂਜੀ ਪ੍ਰੋਬਲਮ ਖੜੀ ਹੋ ਜਾਏਗੀ, ਦੂਜੇ ਛੁੱਟ ਗਏ ਤੀਜੀ ਪ੍ਰੋਬਲਮ ਖੜੀ ਹੋ ਜਾਏਗੀ, ਤੀਜੇ ਛੁੱਟ ਗਏ ਚੌਥੀ ਪ੍ਰੋਬਲਮ ਖੜੀ ਹੋ ਜਾਏਗੀ, ਚੌਥੀ ਛੁੱਟ ਕੇ ਪੰਜਵੀਂ ਆਏਗੀ, ਪੰਜਵੀਂ ਛੁੱਟ ਕੇ ਛੇਵੀਂ ਆਏਗੀ, ਛੇਵੀਂ ਛੁੱਟ ਕੇ ਸੱਤਵੀਂ ਆਏਗੀ, ਅੱਠਵੀਂ ਆਏਗੀ। ਉਹ ਪ੍ਰੋਬਲਮ ਤੇ ਪ੍ਰੋਬਲਮ ਪਈ ਰਹਿੰਦੀ, ਪਈ ਰਹਿੰਦੀ, ਪਈ ਰਹਿੰਦੀ। ਕਿਉਂਕਿ ਬਾਈਬਲ 'ਚ ਲਿਖਿਆ ਪਾਪੀਆਂ ਦੇ ਪਿੱਛੇ ਬੁਰਾਈ ਪਈ ਰਹਿੰਦੀ ਹੈ। ਪਾਪੀਆਂ ਦੇ ਪਿੱਛੇ ਬੁਰਾਈ ਪਈ ਰਹਿੰਦੀ ਹੈ, ਔਰ ਪਾਪੀਆਂ ਦੇ ਪਿੱਛੇ ਉਹਦਾ ਪਾਪ ਉਹਨਾਂ ਦਾ ਪਿੱਛਾ ਕਰਦਾ ਹੈ ਔਰ ਉਹਨੂੰ ਦੁਬਾਰਾ ਸੁੱਟਦਾ ਹੈ। ਹਾਲੇਲੂਇਆ। ਇੱਧਰ ਦੇਖੋ ਮੇਰੇ ਵੱਲ। ਅਗਰ ਤੁਸੀਂ ਦਾਊਦ ਨੂੰ ਕਿੰਨੇ ਲੋਕਾਂ ਨੇ ਪੜ੍ਹਿਆ ਹੈ? ਦਾਊਦ ਬਾਰੇ ਤੁਸੀਂ ਜਾਣਦੇ ਹੋ। ਦਾਊਦ 7 ਵਾਰ ਆਰਾਧਨਾ ਕਰਨ ਵਾਲਾ ਵਿਅਕਤੀ ਸੀ ਔਰ 3 ਵਾਰ ਪ੍ਰਾਰਥਨਾ ਕਰਨ ਵਾਲਾ ਵਿਅਕਤੀ ਸੀ। ਔਰ ਇੱਕ ਦਿਨ ਦਾਊਦ ਜਦੋਂ ਆਪਣੇ ਘਰ ਦੇ ਅੰਦਰ ਰਹਿ ਗਿਆ ਔਰ ਉਹਨੇ ਹਿੱਤੀ ਉਹਦੀ ਪਤਨੀ ਨੂੰ ਦੇਖਿਆ ਨਹਾਉਂਦੇ ਹੋਏ, ਉਹਨੇ ਉਸ ਔਰਤ ਨਾਲ ਪਾਪ ਕਰ ਲਿਆ। ਕਿਉਂ ਉਸ ਔਰਤ ਦੇ ਪਾਪ 'ਚ ਗਿਰ ਗਿਆ? ਕਿਉਂਕਿ ਦਾਊਦ ਦੇ ਪਿੱਛੇ ਜਿਹੜੀ ਉਹਦੀ ਦਾਦੀ ਦੀ ਮਦਰ ਸੀ, ਪੜਦਾਦੀ ਰਾਹਾਬ ਵੈਸ਼ਿਆ ਸੀ, ਜਿਹੜਾ ਉਹਦਾ ਪਾਪ ਸੀ ਉਹ ਦਾਊਦ ਦਾ ਪਿੱਛਾ ਕਰ ਰਿਹਾ ਸੀ।
ਜਿਹੜਾ ਉਹਦਾ ਪਾਪ ਸੀ ਉਹਦਾ ਪਿੱਛਾ ਕਰ ਰਿਹਾ ਸੀ ਔਰ ਉਸ ਪਾਪ ਨੇ ਉਹਦੇ ਉੱਤੇ ਆ ਕੇ ਪੈ ਗਿਆ ਇੱਕ ਦਿਨ। ਇਸ ਲਈ ਬਾਈਬਲ 'ਚ ਲਿਖਿਆ ਧਰਮੀ ਜਨ ਖਜੂਰ ਦੀ ਨਾਈ ਫੁੱਲਣਗੇ ਤੇ ਫਦਣਗੇ ਔਰ ਲਬਾਨੋਨ ਦੀ ਨਾਈ ਵਧਦੇ ਰਹਿਣਗੇ। ਆਮੈਨ। ਧਰਮੀਆਂ ਦੇ ਵਾਸਥਾਨ ਦੇ ਉੱਤੇ ਆਸ਼ੀਸ਼ ਰਹੇਗੀ। ਧਰਮੀ ਜਨ ਕਦੀ ਸੁੱਕੇਗਾ ਨਹੀਂ, ਧਰਮੀ ਜਨ ਵਧਦਾ ਹੀ ਚਲਾ ਜਾਏਗਾ। ਧਰਮੀ ਜਿਸ ਕੰਮ ਵਿੱਚ ਹੱਥ ਪਾਏਗਾ ਉਹ ਹੱਥ ਅੱਗੇ ਵਧਦਾ ਹੀ ਚਲਾ ਜਾਏਗਾ, ਉਹ ਪਿੱਛੇ ਨਹੀਂ ਆਏਗਾ। ਹਾਲੇਲੂਇਆ। ਅਗਰ ਤੁਹਾਡਾ ਹੱਥ ਨਹੀਂ ਵਧ ਰਿਹਾ ਤਾਂ ਤੁਹਾਨੂੰ ਸੋਚਣ ਦੀ ਜ਼ਰੂਰਤ ਹੈ ਕਿ ਪਰਮੇਸ਼ਵਰ ਤੁਹਾਨੂੰ ਧਰਮੀਆਂ ਦੀ ਸ਼੍ਰੇਣੀ ਵਿੱਚ ਗਿਣਦਾ ਹੈ, ਕਿਉਂਕਿ ਧਰਮੀ ਜਨ ਜਿਸ ਕੰਮ ਵਿੱਚ ਹੱਥ ਪਾਉਂਦਾ ਹੈ ਉਹ ਕੰਮ ਵੱਧਦਾ ਹੈ, ਉਹ ਕੰਮ ਪਿੱਛੇ ਨਹੀਂ ਆਉਂਦਾ। ਹਾਲੇਲੂਇਆ, ਹਾਲੇਲੂਇਆ। ਇਸ ਲਈ ਪ੍ਰਭੂ ਯੀਸ਼ੂ ਮਸੀਹ ਨੇ ਦੇਖਿਆ, ਪਰਮੇਸ਼ਵਰ ਨੇ ਦੇਖਿਆ ਕਿ ਪਾਪ ਮਨੁੱਖਾਂ ਦੇ ਦੁਆਰ ਤੇ ਛੁਪਿਆ ਰਹਿੰਦਾ ਹੈ। ਜੇ ਕੋਈ ਮਨੁੱਖ ਆਪਣੇ ਮਨ ਵਿੱਚ ਬੁਰਾਈ ਸੋਚਦਾ ਹੈ ਤਾਂ ਉਹਦੇ ਦਰਵਾਜ਼ੇ ਪਿੱਛੇ ਪਾਪ ਲੁਕਿਆ ਹੋਇਆ ਹੈ, ਉਹਦੇ ਆਪਣੇ ਰੂਮ ਦੇ ਦਰਵਾਜ਼ੇ ਪਿੱਛੇ ਪਾਪ ਲੁਕਿਆ ਹੋਇਆ ਹੈ। ਔਰ ਜਦੋਂ ਹੀ ਉਹ ਵਿਅਕਤੀ ਬਾਹਰ ਨਿਕਲਦਾ ਪਾਪ ਉਹਦੇ ਨਾਲ ਚੱਲਦਾ ਹੈ। ਜੋ ਬੁਰਾਈ ਉਹ ਵਿਅਕਤੀ ਦੇ ਹਿਰਦੇ 'ਚ ਰਹਿੰਦੀ ਹੈ। ਪਰਮੇਸ਼ਵਰ ਨੇ ਦੇਖਿਆ ਇਸ ਤਰ੍ਹਾਂ ਮਨੁੱਖ ਬੁਰਾਈ ਤੋਂ ਆਜ਼ਾਦ ਨਹੀਂ ਹੋ ਸਕਦਾ, ਪਾਪਾਂ ਤੋਂ ਆਜ਼ਾਦ ਨਹੀਂ ਹੋ ਸਕਦਾ। ਪਰਮੇਸ਼ਵਰ ਨੇ ਆਪਣੇ ਪੁੱਤਰ ਨੂੰ ਭੇਜਿਆ ਔਰ ਪਰਮੇਸ਼ਵਰ ਨੇ ਕਿਹਾ ਜੋ ਕੋਈ ਵਿਅਕਤੀ ਪਰਮੇਸ਼ਵਰ ਦੇ ਪੁੱਤਰ ਤੇ ਵਿਸ਼ਵਾਸ ਕਰੇ ਉਹ ਨਾਸ਼ ਨਾ ਹੋਏ ਬਲਕਿ ਬਚਾਇਆ ਜਾਏਗਾ। ਬੋਲੋ ਆਮੇਨ, ਬੋਲੋ ਆਮੇਨ। ਬਾਈਬਲ 'ਚ ਲਿਖਿਆ यशायाह की पुस्तक 53 अध्याय उसकी 11 इंच लिखिया वह अपने प्राणों का दुख उठाकर उसे देखेगा और तृप्त होगा और अपने ज्ञान के द्वारा मेरा धर्मी दास बहुतेरों को धर्मी बनाएगा और उनके अधर्म के कामों का बोझ वह आप उठा लेगा। इस कारण मैं उसे महान लोगों के संग बांट दूंगा, वह सामर्थियों के संग लूट बांट लेगा, क्योंकि उसने अपने प्राण मृत्यु के लिए उंडेल दिया। वह अपराधियों के संग गिना गया तो भी उसने बहुतों के पाप का बोझ उठा लिया और अपराधियों के लिए विनती करता है। आमेन। परमेश्वर ने एक प्लान तैयार किया। परमेश्वर ने प्रभु यीशु मसीह ਨੂੰ ਭੇਜਿਆ और प्रभु यीशु मसीह ने सारे संसार ਦੇ ਪਾਪੀ ਲੋਕਾਂ ਦਾ ਬੋਝ ਆਪਣੇ ਉੱਪਰ ਲੈ ਲਿਆ। और बाइबल 'ਚ ਲਿਖਿਆ अगर कोई व्यक्ति विश्वास करता है कि प्रभु यीशु मसीह ਤੁਸੀਂ ਮੇਰੇ ਲਈ ਮਰ ਗਏ, मेरे लिए जी उठे, मेरे लिए जिंदा हो और प्रभु यीशु मसीह ਦੇ ਵਿਸ਼ਵਾਸ ਕਰਦਾ ਹੈ और प्रभु यीशु मसीह ਉਹਦੇ ਪਾਪ ਦੇ ਬੋਝ ਨੂੰ ਆਪਣੇ ਉੱਪਰ ਲੈ ਲੈਂਦੇ ਹਨ। ਆਮੇਨ, ਆਮੇਨ। प्रभु यीशु मसीह ने पूरे संसार ਦੇ ਲੋਕਾਂ ਦੇ ਪਾਪਾਂ ਦੇ ਬੋਝ ਨੂੰ ਆਪਣੇ ਉੱਪਰ ਲੈ ਲਿਆ ਹੈ। ਸਾਡੇ ਬੋਝ ਨੂੰ ਪ੍ਰਭੂ ਨੇ ਲੈ ਲਿਆ ਹੈ, ਸਾਡੇ ਬੱਚਿਆਂ ਦੇ ਬੋਝ ਨੂੰ ਵੀ ਲੈ ਲਿਆ ਹੈ। ਜਿਹੜੇ ਉਹਨਾਂ ਦੇ ਬੱਚੇ ਅੱਗੇ ਆਉਣੇ ਹਨ ਉਹਨਾਂ ਦੇ ਬੋਝ ਨੂੰ ਵੀ ਲੈ ਲਿਆ ਹੈ। ਜਿਹੜੀਆਂ ਉਹਨਾਂ ਦੀਆਂ ਅੱਗੇ ਜਨਰੇਸ਼ਨਸ ਆਉਣੀਆਂ ਹਨ ਉਹਨਾਂ ਦੇ ਬੋਝ ਨੂੰ ਵੀ ਪ੍ਰਭੂ ਨੇ ਪਹਿਲਾਂ ਹੀ ਚੱਕ ਲਿਆ ਹੈ। ਲੇਕਿਨ ਜ਼ਰੂਰਤ ਹੈ ਕਿ ਵਿਅਕਤੀ ਰਿਪੈਂਟ ਕਰੇ, ਵਿਅਕਤੀ ਰਿਪੈਂਟ ਕਰੇ। ਪ੍ਰਭੂ ਯੀਸ਼ੂ ਮਸੀਹ ਸਾਡੇ ਪਾਪਾਂ ਦੇ ਬੋਝ ਨੂੰ ਲੈ ਕੇ ਕ੍ਰਾਸ ਦੇ ਉੱਤੇ ਚੜ ਗਏ, ਸਾਡੇ ਪਾਪਾਂ ਦੇ ਬੋਝ ਨੂੰ ਲੈ ਕੇ ਕਰੂਸ ਦੇ ਉੱਤੇ ਚੜ ਗਏ। ਔਰ ਪ੍ਰਭੂ ਯੀਸ਼ੂ ਮਸੀਹ ਬਾਈਬਲ 'ਚ ਲਿਖਿਆ ਉਹਦੇ 39 ਕੋੜੇ ਖਾਣ ਦੇ ਨਾਲ ਅਸੀਂ ਚੰਗੇ ਹੋ ਚੁੱਕੇ ਹਾਂ। ਉਹਦੇ 39 ਕੋੜੇ ਖਾਣ ਦੇ ਨਾਲ ਅਸੀਂ ਸ਼ਿਫਾ ਪਾ ਲਈ ਹੈ, ਅਸੀਂ ਆਜ਼ਾਦੀ ਪਾ ਲਈ ਹੈ। ਆਮੇਨ, ਆਮੇਨ। ਜਦੋਂ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਪ੍ਰਭੂ ਯੀਸ਼ੂ ਮਸੀਹ ਮੇਰੇ ਲਈ ਮਾਰੇ ਗਏ, ਮੇਰੇ ਲਈ गाड़े गए, मेरे लिए जी उठे, मेरे लिए जिंदा हन। प्रभु यीशु मसीह ने मेरे लिए मौत सही, मेरे लिए ताड़ना सही, मेरे लिए प्रभु की दाढ़ी पुट्टी गई, मेरे लिए प्रभु की पसली विच नेजा मारिया गया, मेरे लिए प्रभु के हत्थां ते पैरां विच किल ठुके गए, मेरे लिए प्रभु के सिर ते कंडा ताज पाया गया, मेरे लिए प्रभु के पिठ के उत्ते 39 कोड़े मारे गए और एक एक कोड़ा मेरी शिफा दे लई सी। और जदों तुसीं विश्वास करोगे तां तुसीं पापां तो आजाद हो जाओगे। बोलो आमीन, बोलो आमीन।